ਧੰਨ ਗੁਰੂ ਨਾਨਕ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਪਾਵੋ ਦਾਨ ਢੀਠ ਹੋਏ ਮੰਗੂ, ਮੁਖ ਲਾਗੋ ਸੰਤ ਰੇ ਨਾਰੇ। ਕਉ ਨਾਨਕ ਗੁਰ ਭੂ ਕਿਰਪਾ ਧਾਰੀ, ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਕੇ ਛੰਤ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਦੱਖਣਾ ਤੂੜੀ ਮਜਨ ਸਾਧਕੇ, ਸਾਈਂ ਥੀਏ ਕਿਰਪਾਲ। ਲੱਦੇ ਹਬੇ ਥੋਕੜੇ, ਨਾਨਕ ਹਰ ਧਨ ਮਾਲ। ਤਖਤ ਚਵਰ ਛਤਰ ਦੇ ਸਦੀਵੀ ਮਾਲਕ, ਸ਼ਬਦ ਗੁਰੂ, ਸਦੀਵੀ ਗੁਰੂ, ਸੱਚਾ ਗੁਰੂ, ਕਰਨ ਕਾਲ ਸਮਰੱਥ ਗੁਰੂ, ਭਗਤ ਬਸ਼ਲ ਭਵਜਲ ਤਾਰਨਹਾਰ, ਸ੍ਰਿਸ਼ਟੀ ਤੇ ਜੀਵ ਆਤਮਾ ਦਾ ਇੱਕੋ ਇੱਕ ਗੁਰੂ। ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਸੱਚੇ ਦਰਬਾਰ ਵਿੱਚ ਸਜੀ ਹੋਈ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਸਾਧ ਸੰਗਤ। ਸੱਚੇ ਪਾਤਸ਼ਾਹ ਕਰੋ ਮਿਹਰ ਦੀ ਨਜ਼ਰ ਜੀਵ ਤੇ, ਆਪ ਦੇ ਸ਼ਬਦ ਦੀ ਵਿਚਾਰ ਆਪ ਕਰਵਾਓ। ਮਿਹਰ ਕਰੋ ਸੱਚੇ ਪਾਤਸ਼ਾਹ। ਸਾਰੀ ਸੰਗਤ ਦਿਓ ਆਸ਼ੀਰਵਾਦ। ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕੇ ਸਾਰੇ ਆਪਾਂ ਬੁਲਾਓ ਪਿਆਰ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਸਾਨੂੰ ਸੰਗਤ 'ਚ ਲਿਆਂਦਾ ਹੈ, ਆਪਦੀ ਗੋਦੀ 'ਚ ਬਹਾ ਕੇ ਆਪ ਦਾ ਪਿਆਰ ਬਖਸ਼ਿਆ ਹੈ। ਇਹ ਪਿਆਰ ਸੱਚੇ ਪਾਤਸ਼ਾਹ, ਜਿਹੜਾ ਮਾਇਆ ਨਾਲ ਪਿਆਰ ਪਿਆ ਸੀ ਸੱਚੇ ਪਾਤਸ਼ਾਹ, ਉਹ ਤੁਸੀਂ ਤੜਵਾ ਰਹੇ ਹੋ ਤੇ ਆਪ ਦੇ ਨਾਲ ਪ੍ਰੇਮ ਪਵਾ ਰਹੇ ਹੋ। ਜਨਮਾਂ ਜਨਮਾਂ ਦੇ ਵਿਛੜੇ ਹੋਏ ਅਸੀਂ ਜੀਵ ਆਤਮਾ ਆਪਣੀ ਵੱਖਰੀ ਹੋਂਦ ਮੰਨਦੇ ਹੋਏ ਰੱਬ ਨੂੰ ਵਿਛੜ ਗਏ। ਬੱਚੀ ਨੇ ਸ਼ਬਦ ਪੜ੍ਹਿਆ, ਸਾਰਾ ਜੋ ਦਿਸਦੀ ਚੀਜ਼ ਆ ਉਹਨੂੰ ਹਉਮੈ ਦਾ ਰੋਗ ਲੱਗਿਆ। ਆਪਾਂ ਨੂੰ ਲਾਇਆ ਮਨੁੱਖ ਜਾਨ ਵਿੱਚ, ਬਾਕੀ ਤਾਂ ਭੁਗਤਾਨ ਆ। ਜੋ ਦਿਸਦੀ ਚੀਜ਼ ਆ ਉਹਦੇ ਵਿੱਚ ਤਾਂ ਦੂਰ ਹੋ ਹੀ ਨਹੀਂ ਸਕਦੇ, ਹੁਣ ਦੂਰ ਕਰ ਸਕਦੇ। ਤੇ ਰੋਗ ਦੁਖੀ ਕਰਦਾ ਹੁੰਦਾ। ਜੇ ਰੋਗ ਲੱਗਿਆ ਹੋਵੇ, ਜਿੰਨਾ ਚਿਰ ਰੋਗ ਨਹੀਂ ਹਟਦਾ ਉਹਨਾਂ ਚਿਰ ਇਨਸਾਨ ਕਦੇ ਵੀ ਸੁਖੀ ਨਹੀਂ ਹੋ ਸਕਦਾ। ਸਰੀਰ ਇਹਦੇ ਰੋਗ ਤੋਂ ਹੀ, ਹਉਮੈ ਰੋਗ ਤੋਂ ਹੀ ਸਾਰੇ ਸਰੀਰਕ ਰੋਗ, ਹੋਰ ਸਾਰੇ ਮਾਨਸਿਕ ਆਦਿ ਬਾਦ ਸਭ ਤ੍ਰੈਵਿਧ ਰੋਗ ਸਾਰੇ। ਤੇ ਫਿਰ ਇਹ ਵਿੱਚੋਂ ਇਹ ਜਿਹੜੇ ਪੰਜੇ ਬਿਮਾਰੀਆਂ ਨੇ, ਇਹ ਵੀ ਆਪਾਂ ਨੂੰ ਪਾਤਸ਼ਾਹ ਨੇ ਸਮਝਾਤੀਆਂ ਵੀ ਪੰਜ ਜਿਹੜੇ ਦੋਖ ਨੇ ਉਹ ਵੀ ਇਹਦੇ ਚੋਂ ਨਿਕਲਦੇ ਆ। ਫਿਰ ਸਭ ਤੋਂ ਵੱਡਾ ਹੇਤ ਰੋਗ ਲੱਗਿਆ ਮੋਹ ਦਾ, ਉਹ ਸਾਰੇ ਸੰਸਾਰ ਨੂੰ, ਆਪਾਂ ਨੂੰ ਸਾਰਿਆਂ ਨੂੰ ਲੱਗਿਆ। ਉਹ ਤੋੜਨਾ। ਪਾਤਸ਼ਾਹ ਨੇ ਸਾਨੂੰ ਇੱਕ ਗੱਲ ਹੋਰ ਹੈ
बई एक समझ आ जाए बई कोई सारी जो दिसदी है दुनिया जो भी मनुख जन्म च आया वो तो रोगी है हौमे का रोग रहत एक कोई गुरु नानक है तन आद श्री गुरु ग्रंथ साहब जी हैं तो एको ही रोग रहत ने ਜਿਹੜੇ जिन्हां ने सानू पैदा भी किया है तो सानू बीमारी भी इन्होंने सिखेल भी यही करवा रहे तो रोग रहत भी इन्हां दे लड़ लग्यां ते ही होना है किसी देह धारी वो तो आप रोगी है इस करके कोई भी गुरु दुनिया च नहीं है शब्द गुरु है शब्द गुरु सारी सृष्टि ते शब्द गुरु है हुक्म चलता गुरु रब है भाई गुरु आप है तो वही गुरु नानक बनया होया है तो हुण वो पातशाह सानू समझा रहे भी रोग जिहड़ा है दवाई भी सानू दे दी है दवाई खाधी है हुणे आप ये गुरु पातशाह तो दवाई ले जिहड़ा लऊगा उहदे नाल ही रोग टुटना है तो जे गुरु पातशाह जी तो दवाई लैण नहीं आया इन्हें सारा पातशाह ने 10 जामे सानू धारण करके तो ये सारी दवाई देण दा सारा तरीका रहिंदी दुनिया तक बना गए भी ये नहीं भी कोई जीव आत्मा उत्थे जाके कहो जी मैनू तो उत्थे तारिया नहीं मैं तारिया किवें तरना सी परंतु बड़े भाग चंगे है जी ते तरस करदे आ दुनिया च पार ब्रह्म जनकीनी दया दया कीती अपने बांह पकड़ रोगों कढ़ लिया हुण बांह पकड़ के रोगों कढ़ रहे आ सारे रोग बीमारी हटा रहे ने दवाई भी दे दी पर नाल दवाई दे नाल जिहड़ा हुण तिकर असीं बीमारियां लाइयां होईयां ते ओह बीमारी जिहड़ी है वो तो भी परहेज कराउणा है परहेज उदों भी ज़्यादा जरूरी है सातों जे हजे बीमारी ये ठीक नहीं हुई रोग रहत असीं भी नहीं होए गुरु साहब पातशाह दे वर्गा बनाउंदे जे अजे नहीं होए तां असीं परहेज पूरा साडे कोलों नहीं रखिया जा सकदा माया साडे परहेज तड़ा दिंदी है माया जिहड़ी है वो परहेज नहीं रहन दिंदी दवाई तो आप सारे खाते हैं दवाई परंतु दवाई भी पातशाह का हुक्म है भी हौली हौली तू रोम रोम श्वास श्वास जाके दवाई खाए तां ये रोग परे हो ये भी नाल ये नहीं भी ਉਹਦੇ ਵਿੱਚ ਇੱਥੋਂ ਤੱਕ ਹੈ ਲਿਵ ਜੋੜਿਆ ਕਰ ਇਹ ਸਾਰੀ ਸਿੱਖਿਆ ਸਾਰਾ ਉਪਦੇਸ਼ ਅੰਦਰਲੇ ਆਪਣੇ ਰੱਬ ਦੇ ਪੁੱਤ ਨੂੰ ਜਿਹੜਾ ਸੂਖਸ਼ਮ ਸਰੀਰ ਆ ਉਹਨੂੰ ਦੇ ਰਹੇ ਨੇ ਉਹ ਵਿਛੜਿਆ ਹੋਇਆ ਹੈ ਬਾਹਰਲਾ ਸਰੀਰ ਤਾਂ ਦੁਸ਼ਮਣ ਆ ਇਹ ਤਾਂ ਰੋਗ ਲਾਉਣ ਦੇ ਵਿੱਚ ਸਹਾਇਤਾ ਕਰਦਾ ਹੈ ਇਹ ਵੀ ਨਾਲ ਸਮਝਣਾ ਦੋ ਸਰੀਰ ਆ ਆਪਾਂ ਅੰਦਰਲੇ ਸਰੀਰ ਜਿਹੜਾ ਹੈ ਰੱਬ ਦਾ ਪੁੱਤ ਹੈ ਉਹਨੂੰ ਬਿਮਾਰੀ ਲੱਗੀ ਹੈ ਉਹ ਵਿਛੜਿਆ ਹੋਇਆ ਉਹਨੇ ਤੇ ਉਹਦੇ ਵਿੱਚ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਨੇ ਵੀ ਤੂੰ ਇੱਕ ਤਾਂ ਸਾਧ ਸੰਗਤ ਦੇ ਵਿੱਚ ਦਾਤ ਲੈ ਲਾ ਫਿਰ ਸਾਧ ਸੰਗਤ ਦੇ ਵਿੱਚ ਆ ਕੇ ਸੁਰਤੀ ਜੋੜਿਆ ਕਰ ਲਿਵ ਜੋੜਿਆ ਕਰ ਅੰਦਰੋਂ ਸੁਰਤੀ ਲਿਵ ਜੋੜਨੀ ਇੱਥੇ ਆ ਕੇ ਇਹ ਨਹੀਂ ਵੀ ਅਜੇ ਪਹਿਲੀ ਦੂਜੀ ਵਾਂਗੂ ਹੀ ਆਪਾਂ ਵਾਹਿਗੁਰੂ ਦਾ ਨਾਮ ਲਈ ਜਾਣਾ ਚੰਗਾ ਹੈ ਕੋਈ ਮਾੜੀ ਗੱਲ ਨਹੀਂ ਹੈ ਤੇ ਹੌਲੀ ਹੌਲੀ ਜਾਣੀ ਮਤਲਬ ਅਗਲੀਆਂ ਜਮਾਤਾਂ ਵਿੱਚ ਜਾਣਾ ਹੈ ਤੇ ਅੰਦਰੀਬ ਹੀ ਹੋ ਜੇ ਅੰਤਰ ਵਸਤ ਮੂੜਾ ਬਾਹਰ ਪਾੜੇ ਅੰਦਰ ਵਸਤੂ ਹੈ ਰੱਬ ਵੀ ਅੰਦਰੇ ਹੈ ਨਾਮ ਵੀ ਅੰਦਰੇ ਹੈ ਹੁਕਮ ਵੀ ਉਹਦਾ ਅੰਦਰੇ ਹੈ ਤੇ ਰੱਬ ਦਾ ਪੁੱਤ ਵੀ ਅੰਦਰ ਹੀ ਹੈ ਤੇ ਮੂੜਾ ਮੂਰਖ ਜਿਹੜਾ ਕਹਿੰਦੇ ਲੱਭਦਾ ਫਿਰਦਾ ਬਾਹਰ ਜੇ ਹੁਣ ਆਪਾਂ ਨੂੰ ਸਾਰੀ ਮਗਰੋਂ ਨਾਮ ਨੂੰ ਜਦੋਂ ਅਸੀਂ ਭੁੱਲਦੇ ਹਾਂ ਤਾਂ ਉਦੋਂ ਬਾਹਰ ਮੁਖੀ ਹੋ ਜਾਂਦੇ ਹਾਂ ਬਾਹਰ ਮੁਖੀ ਸਾਰੀ ਮਾਇਆ ਸਾਰੀ ਬਾਹਰ ਮੁਖੀ ਜੋ ਦਿਸਦੀ ਅੱਖਾਂ ਨੂੰ ਸਾਰਾ ਤੇ ਉਹ ਉੱਥੋਂ ਟੁੱਟ ਜਾਂਦਾ ਰੱਬ ਨੂੰ ਅੰਦਰੋਂ ਟੁੱਟ ਜਾਂਦਾ ਦੇਖੋ ਰੱਬ ਭੁੱਲ ਜਾਂਦਾ ਇਹ ਸੂਖਸ਼ਮ ਖੇਲ ਆ ਤੇ ਰੱਬ ਜਦੋਂ ਭੁੱਲ ਗਿਆ ਤਾਂ ਉਹ ਕਿਧਰੇ ਬਸ ਲੈ ਜਾਂਦੀ ਆ ਉਹ ਸਾਨੂੰ ਬਸ ਬਾਹਰ ਕੱਢ ਕੇ ਲੈ ਜਾਂਦੀ ਆਪ ਦੇ ਆਪ ਨੂੰ ਕਹਿਣ ਲੱਗ ਜਾਂਦੀ ਹੈ ਸਰੀਰ ਆ ਤੂੰ ਬਾਹਰਲਾ ਇੱਥੋਂ ਤੱਕ ਲੈ ਜਾਂਦੀ ਹੈ ਤੇ ਬਾਹਰਲਾ ਸਰੀਰ ਜਿਹੜਾ ਹੈ ਉਹਦੀ ਖਾਤਰ ਹੀ ਸਾਰਾ ਕੁਛ ਆ ਹੱਡੀਆਂ ਤਖਾਂ ਸਭ ਕੁਛ ਉਹਦੀ ਖਾਤਰ ਆ ਬਾਹਰ ਘਰ ਬਾਹਰ ਖਾਣੇ ਪੀਣੇ ਸਭ ਤੇ ਇੰਨੇ ਮੋਹਣੇ ਬਣਾਏ ਨੇ ਗਾਂ ਮੋਹਣੀ ਬਣੀ ਬੈਠੀ ਆ ਪਦਾਰਥਾਂ ਦੇ ਰੂਪ 'ਚ ਤੇ ਸਾਨੂੰ ਪਦਾਰਥ ਕਰਿਆ ਉਹ ਨਹੀਂ ਚੰਗਾ ਲੱਗਦਾ ਉਹ ਨਹੀਂ ਲੱਗਦਾ ਐਂ ਹੀ ਦੇਖੀ ਜਾਂਦੇ ਆ ਇਹ ਤਾਂ ਪਤਾ ਨਹੀਂ ਵੀ ਮੈਂ ਆਇਆ ਕਿੱਥੋਂ ਆ ਤੇ ਮੈਂ ਭੁੱਲਿਆ ਕਰਦਾ ਹੈ ਤੇ ਫਿਰ ਹਉਮੈ ਕਰਕੇ ਨਾਲ ਇੱਕ
ਵੱਡਾ ਪੁੱਤ ਹੰਕਾਰ ਚੜ ਗਿਆ, ਅਪਮਾਨ ਚੜ ਗਿਆ। ਇਹ ਵੱਡਾ ਪੁੱਤ ਆ ਹਉਮੈ ਦਾ, ਹੰਕਾਰੀ ਹੋ ਗਿਆ। ਇਹਨਾਂ ਸਰੀਰਾਂ ਦੇ ਸੰਬੰਧ ਨਾਲ ਹੀ ਹੰਕਾਰੀ ਹੋਇਆ, ਬਾਹਰਲੇ ਸਰੀਰ ਦੇ ਸੰਬੰਧ ਨਾਲ ਹੰਕਾਰੀ ਹੋਇਆ ਵੀ ਮੈਂ ਮੇਰਾ ਸਰੀਰ ਹੈ, ਰੱਬ ਨੂੰ ਤਾਂ ਹੈ ਹੀ ਨਹੀਂ, ਮੰਨਦਾ ਹੀ ਨਹੀਂ। ਆਪ ਦਾ ਸਰੀਰ ਮੰਨ ਕੇ ਤੇ ਸਾਰੇ ਆਪਦੀ ਮੈਂ ਵਿੱਚ ਹੀ ਇਹ ਸਰੀਰ ਨਾਲ ਜੋ ਕੰਮ ਕਰਦਾ ਹੈ ਤੇ ਉਹ ਹੰਕਾਰ ਵਧਾਉਣ ਵਾਲੀਆਂ ਗੱਲਾਂ ਨੇ। ਵਧਾ ਲਿਆ ਹੁਣ ਤੱਕ ਬਹੁਤ, ਤੇ ਜਦੋਂ ਵਧਾ ਲਿਆ ਬਹੁਤ, ਜਾਵੇ ਮਨ ਮੈਂ ਕਰਤ ਗਵਾਨਾ ਤਾਵੇ ਬਾਬਰ ਫਿਰਤ ਬਗਾਨਾ। ਕਮਲਾ ਉਹਨਾਂ ਚਿਰ ਰੱਬ ਨਾਲ ਵਿਛੜਿਆ ਰਹਿੰਦਾ ਜਿੰਨਾ ਚਿਰ ਗਮਾਨ ਅੰਦਰ, ਗਮਾਨ ਅਪਮਾਨ। ਜਾਵੇ ਹੁਆ ਸਗਲ ਕੀ ਰੀਨਾ ਤਾ ਤੇ ਰਮਈਆ ਘਟ ਘਟ ਚੀਨਾ। ਹੁਣ ਮਹਾਰਾਜ ਕਹਿੰਦੇ ਇਹ ਧੂੜ ਦੀ ਗੱਲ ਕਰ ਰਹੇ ਨੇ ਪਾਤਸ਼ਾਹ, ਸਾਨੂੰ ਧੂੜ ਸਮਝਾ ਰਿਹਾ ਵੀ ਇਹ ਜੀ ਆਪਾਂ ਐਵੇਂ ਸਮਝਦੇ ਹਾਂ ਵੀ ਅਸੀਂ ਜੋੜਿਆਂ ਧੂੜ ਨੂੰ ਕਿਉਂ ਲਾਈਏ। ਅੰਦਰਲੇ ਨੇ ਧੂੜ ਲਾਉਣੀ ਆ, ਅੰਦਰਲੇ ਵਿੱਚ ਹੰਕਾਰ ਪੈਦਾ ਹੋਇਆ ਹੈ, ਅੰਦਰਲੇ ਨੇ ਰੇਣਕਾ ਬਣਨਾ ਹੈ। ਸਾਨੂੰ ਪਹਿਲੇ ਦਿਨ ਹੀ ਪਾਤਸ਼ਾਹ ਨੇ ਜਿੱਦਣ ਆਏ ਸੀ ਉਦਣ ਹੀ ਕਿਹਾ ਸੀ ਪਹਿਲਾਂ ਮਰਨ ਕਬੂਲ जीवन की छड़ आस होए सबना की रेणका तो आओ हमारे पास। एक लफ्ज पहले दिन पातशाह बोलते जदों जाने आप पातशाह को सारिਆਂ ਦੀ रेणका होना चाहना है ਤਾਂ मेरे को आई। ਸਾਰਿਆਂ ਦੀ ਚਾਰੋਂ ਤੂੰ, ਸਾਰੀ ਸ੍ਰਿਸ਼ਟੀ ਵਿੱਚ ਵਾਹਿਗੁਰੂ ਵੱਸਦਾ, ਸਾਰੀ ਮਨੁੱਖਤਾ 'ਚ ਵੱਸਦਾ ਤੇ ਤੂੰ ਨੁਕਸ ਕੱਢੀ ਜਾਂਦਾ। ਤੇ ਕਿਹਦੇ 'ਚ ਨੁਕਸ ਕੱਢਦਾ? ਸਾਰਿਆਂ ਦੀ ਤੂੰ ਧੂੜ ਬਣੇਗਾ, ਆਪਣੇ ਆਪ ਨੂੰ ਸਿਫਰ ਬਣੇਗਾ, ਆਪਦੇ ਆਪ ਦਾ ਗਮਾਨ ਤਾਂ ਨਾਸ ਹੋਣਾ ਹੈ। ਤੇ ਉਹਦੇ ਵਿੱਚ ਤਰੀਕਾ ਦਵਾਈ ਵੀ ਖਾਏਗਾ ਤੇ ਦਵਾਈਆਂ ਦੇ ਨਾਲ ਸਾਧ ਸੰਗਤ ਦੇ ਵਿੱਚ ਤੂੰ ਨਾਮ ਜਪਣ ਵਾਲਿਆਂ ਦੀਆਂ ਧੂੜਾਂ ਲੈਂਦਾ ਫਿਰੀ ਤਾਂ ਤੇਰੇ 'ਚੋਂ ਹੰਕਾਰ ਨਾਸ ਹੋਣਾ ਹੈ। ਜਿਨ ਕੇ ਚੋਲੇ ਨੇ ਰਤੜੇ ਪਿਆਰੇ ਕੰਤ ਤਿਨਾਂ ਕੇ ਪਾਸ ਧੂੜ ਤਿਨਾਂ ਦੀ ਜੇ ਮਿਲੇਗੀ ਕਹੋ ਨਾਨਕ ਕੀ ਅਰਦਾਸ। ਜਿਹੜੇ ਰੱਬ ਦੇ ਨਾਲ ਰੰਗੇ ਪੱਤੇ ਪਏ ਨੇ ਗੁਰਮੁਖ, ਉਹਨਾਂ ਦੀ ਉਹ ਸਾਧ ਸੰਗਤ 'ਚ ਹੀ ਮਿਲਣੇ ਤੈਨੂੰ, ਹੋਰ ਕਿੱਥੇ ਰੰਗ ਰੱਤੇ ਮਿਲਣੇ ਆ। ਉਹਨਾਂ ਨੂੰ ਸਾਧ ਸੰਗਤ ਹੀ ਪਿਆਰੀ ਲੱਗਦੀ ਹੈ, ਗੁਰੂ ਸਾਹਿਬ ਦੇ ਸਭ ਕੋ ਪਿਆਰੇ ਲੱਗਦੇ, ਉੱਥੇ ਹੀ ਧੂੜ ਉਹਨਾਂ ਦੇ ਮਸਤਕ ਆਪ ਦੀ। ਅੰਦਰਲੇ ਨੇ ਧੂੜ ਲਾਉਣੀ ਆ, ਅੰਦਰਲੇ ਧੂੜ ਸੂਖਸ਼ਮ ਧੂੜ ਲੱਗਣੀ ਆ। ਇਹ ਧੂੜ ਬਾਹਰਲਾ ਸਰੀਰ ਨਹੀਂ ਧੂੜ 'ਚ ਬਹਿ ਕੇ ਰਾਜੀ, ਬਾਹਰਲਾ ਜਾਂ ਜੋੜੇ ਨੂੰ ਹੱਥ ਨਹੀਂ ਲਾ ਕੇ ਰਾਜੀ। ਤੇ ਅੰਦਰਲੇ ਨੇ ਨਿਮਰਤਾ ਧਾਰਨ ਕਰਨੀ ਆ, ਅੰਦਰਲੇ ਨੇ। ਤੇ ਬਾਹਰਲੇ ਨੇ ਰੋਕਣਾ ਵੀ ਕੀ ਲੋੜ ਆ ਐਵੇਂ ਜੋੜਿਆਂ ਨੂੰ ਮੱਥੇ ਲਾਈ ਜਾਓ, ਗੰਦੇ ਨੇ ਫਲਾਣਾ ਵੀ ਕੁਛ ਉਹਨੇ ਕਮੈਂਟ ਕਰ ਦੇਣਾ, ਕਿਉਂ ਇਹ ਲਾਵੇ ਨਾ, ਇਹਦੇ ਵਿੱਚੋਂ ਹੰਕਾਰ ਥੋੜਾ ਜਿਹਾ ਹਉਮੈ ਘਟੇ ਨਾ, ਉਹਨੇ ਐਂ ਕਰਨਾ। ਇੱਕ ਪਾਸੇ ਉਹਦਾ ਜ਼ੋਰ ਲੱਗਿਆ ਵੀ ਇਹ ਕਿਤੇ ਨਾ ਮੇਰੀ ਜੇਲ੍ਹ ਚੋਂ, ਮਾਇਆ ਜੇਲ੍ਹ ਚੋਂ ਨਾ ਨਿਕਲ ਕੇ ਕਿਤੇ ਰੱਬ ਕੋਲੇ ਨਾ ਚਲੇ ਜਾਵੇ। ਉਧਰ ਇਹ ਸਾਡਾ ਖੇਲ ਹੋ ਰਿਹਾ, ਵਾਹਿਗੁਰੂ ਖੇਲ ਦੇਖ ਰਿਹਾ ਵੀ ਇਹ ਜਿੱਤਦਾ ਕਿ ਹਾਰਦਾ, ਵੀ ਜੇ ਹਾਰਦਾ ਤਾਂ ਹਾਰਿਆ ਹੋਇਆ ਜਿਹੜਾ ਉਹ ਮਾਇਆ ਦੇ ਪੱਖੀ ਰਹਿ ਜਾਣਾ, ਉਹਨੇ ਹਾਰ ਜਾਣਾ ਤੇ ਉਹਨੇ ਜਮਦੂਤ ਧਰਮਰਾਜ ਕੋਲ ਜਾਣਾ, ਤੇ ਜਿਹੜਾ ਜਿੱਤ ਗਿਆ ਉਹਨੇ ਸੱਚਖੰਡ ਜਾਣਾ। ਦੋਹੀ ਤਾਂ ਖੇਲ ਹੈ। ਇਹ ਫਿਰ ਬੜਾ ਗੱਲ ਸੂਖਸ਼ਮ। ਆਓ ਆਪਾਂ ਧੂੜ ਦੀ ਗੱਲ, ਪਾਤਸ਼ਾਹ ਨੇ ਇਸ ਸ਼ਬਦ ਵਿੱਚ ਸਾਨੂੰ ਇਹੀ ਗੱਲ ਫੇਰ ਸਮਝਾਈ ਆ। ਕੱਲ ਵੀ ਧੂੜ ਦੀ ਗੱਲ ਹੋ ਰਹੀ ਸੀ। ਧੂੜੀ ਮਜਨ ਸਾਧ ਕੇ, ਸਾਧ ਹੈ ਗੁਰੂ ਪਾਤਸ਼ਾਹ, ਕੋਈ ਦੁਨੀਆ 'ਚ ਸਾਧ ਨਹੀਂ ਹੈ। ਕਹਿਣਗੇ ਨਾ ਨਹੀਂ ਜੀ ਸਾਧ ਹੁੰਦੇ ਹੈ, ਇਹ ਸਾਧ ਬਣਾਉਂਦਾ ਜ਼ਰੂਰ। ਉਹ ਸਾਧ ਜਿਹੜਾ ਬਣਿਆ ਹੋਊ ਨਾ, ਜਿਹੜਾ ਸੰਤ ਬਣਿਆ ਹੋਊਗਾ, ਬਾਦਸ਼ਾਹ ਬਣਾਉਂਦੇ ਆ ਜ਼ਰੂਰ, ਪਰੰਤੂ ਉਹ ਨਾ, ਉਹ ਤੁਹਾਡੇ ਜੌਲਿਆਂ ਦੀ ਧੂੜ ਲੈਂਦਾ ਗੁਰੂ। ਉਹ ਆਪ ਕਾ ਕੇ ਬਾਬਾ ਬਣ ਕੇ ਨਹੀਂ ਬਹਿੰਦਾ, ਉਹ ਧੂੜ ਲੈਂਦਾ ਗੁਰੂ। ਉਹਦਾ ਨਹੀਂ, ਉਹਦੀ ਤਾਂ ਪਛਾਣ ਹੀ ਨਹੀਂ ਆਉਣੀ। ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ। ਆ ਦੇਖੋ ਇੱਕ ਉਦਾਹਰਨ ਦਿੱਤੀ, ਉਹਨੂੰ ਮਹਿਲ ਨਹੀਂ ਲੋੜ। ਉਹ ਇਹ ਦੇਖੋ ਇਹੋ ਜਿਹਾ ਵੀ ਉਹ ਬੰਦਾ ਹੋਵੇ, ਬਾਹਰੋਂ ਸਾਨੂੰ ਦਿਸਦਾ ਹੋਵੇ, ਉਹਦੀ ਪਛਾਣ ਹੈ ਬਈ ਉਹਦੀ ਝੌਂਪੜੀ 'ਚ ਰਹਿੰਦਾ ਹੋਵੇ, ਤੇ ਕੱਪੜੇ ਪਾਟੇ ਹੋਣ। ਦੇਖੋ ਕੱਪੜੇ ਪਾਟੇ ਹੋਣ, ਜਾਤ ਨਾ ਪਾਤ ਨਾ ਆਦਰੋ ਅਧਿਆਨ ਪਰਮਿਨਾ, ਨਾ ਉਹਦੀ ਕੋਈ ਜਾਤ ਹੋਵੇ, ਨਾ ਕੋਈ ਉਹਦੀ ਇੱਜ਼ਤ ਕਰੇ, ਐਵੇਂ ਜਿਵੇਂ ਇਕੱਲਾ ਹੀ ਤੁਰਿਆ ਫਿਰੇ, ਕੋਈ ਦੁਨੀਆ 'ਚ ਬੁਲਾਵੇ ਨਾ ਉਹਨੂੰ। ਸੁਣੋ ਇੱਧਰ ਕਿਹੋ ਜਿਹਾ ਹੋ, ਮਿੱਤਰ ਨਾ ਇੱਠ ਨਾ ਧਨ ਨਾ ਰੂਪ ਨਾ ਕਿਸ ਸਾਖ ਨਾ ਸਿੰਨਾ। ਨਾ ਤਾਂ ਉਹਦਾ ਕੋਈ ਪਿਆਰਾ ਮਿੱਤਰ ਹੋਵੇ, ਉਹਨੂੰ ਬਹੁਤਾ ਆਪਾਂ ਮਿੱਤਰ ਵੀ ਬਣਾਈ ਫਿਰਦੇ ਨੇ ਦੁਨੀਆ 'ਚ। ਨਾ ਉਹਦੇ ਕੋਲ ਆ ਮਨੀ ਹੋਵੇ ਜਿਹੜੀ ਇੱਧਰਲੀ ਆ ਬਾਹਰਲੀ, ਮਨੀ ਵੀ ਨਾ ਹੋਵੇ, ਰੂਪ ਵੀ ਨਾ ਹੋਵੇ, ਸ਼ਕਲ ਵੀ ਸੋਹਣੀ ਨਾ ਹੋਵੇ, ਤੇ ਨਾ ਉਹਦਾ ਕੋਈ ਰਿਸ਼ਤੇਦਾਰ ਹੋਵੇ ਇਹੋ ਜਿਹਾ ਹੋਵੇ। ਆ ਸੁਣੋ ਇੰਨਾ ਕੁਛ ਹੋਵੇ
ਰਾਜਾ ਸਗਲ ਸ੍ਰਿਸ਼ਟੀ ਕਾ ਹਵਨਾਮ ਮਨ ਭਿੰਨਾ। ਇਹੋ ਜਿਹਾ ਬੰਦਾ ਬਾਹਰੋਂ ਸ਼ਕਲ 'ਚ ਸਾਨੂੰ ਪਛਾਣ ਨਹੀਂ ਆਉਣੀ। ਇਹੋ ਜਿਹਾ ਕੋਈ ਗੁਰੂ ਸਾਹਿਬ ਦਾ ਪਿਆਰਾ ਹੋਵੇ ਜਿਹੜਾ ਇਸ ਤਰ੍ਹਾਂ ਉਹਨੇ ਰਹਿਣਾ ਵੀ ਇਵੇਂ ਆ। ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ। ਕਿਉਂ? ਉਹਦੇ ਅੰਦਰ ਨਾ ਵਾਹਿਗੁਰੂ ਨਾਲ ਭਿੱਜਿਆ ਪਿਆ, ਰੰਗ ਚੜਿਆ ਪਿਆ ਰੱਬ ਦਾ, ਪ੍ਰੇਮ ਦਾ, ਰੱਬ ਦਾ। ਅੰਦਰ ਰੱਬ ਵਸਦਾ, ਉਹਦੇ ਹਰਨਾਮ ਵਸਦਾ। ਤਿਨ ਕੀ ਧੂੜ ਮਨ ਉਧਰੇ, ਤਿਨ ਕੀ ਧੂੜ ਲੈ ਮਨ ਉਧਰੇ। ਉਹ ਜਿਹਿਆਂ ਦੀ ਧੂੜ ਲੈ ਕੇ ਸਾਨੂੰ ਵੀ ਥੱਲੇ ਨਿਮਰਤਾ ਆ ਜੂ। ਪ੍ਰਭ ਹੋਏ ਸੋ ਪ੍ਰਸੰਨਾ, ਰੱਬ ਬੜਾ ਖੁਸ਼ ਹੋਵੇ। ਇਹਦੀ ਧੂੜ ਮੰਗਦਾ। ਹੁਣ ਉਹਦੀ ਪਛਾਣ ਕਿੱਥੋਂ ਆਊ? ਅਸੀਂ ਕਿਸੇ ਦੀ ਪਛਾਣ ਨਹੀਂ ਕਰ ਸਕਦੇ ਅਤੇ ਉਹ ਲੱਭਣਾ ਵੀ ਨਹੀਂ ਹੈ। ਅਸੀਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਹੀ ਚਰਨ ਧੂੜ ਜਿਹੜੀ ਸਾਨੂੰ ਪਤਾ, ਸਾਰੇ ਹੀ ਗੁਰੂ ਦੇ ਜਿਹੜੇ ਪਿਆਰੇ ਨੇ ਉਹ ਸਾਰਿਆਂ ਦੀ ਚਰਨ ਧੂੜ ਲੈਣ ਲੱਗ ਜਾਣ। ਆਪੇ ਹੀ ਉਹਦੇ ਵਿੱਚ ਗੁਰਮੁਖ ਪਿਆਰਾ ਹੋਵੇ, ਕੋਈ ਕੁਛ ਹੋਵੇ, ਜਿਹਨੂੰ ਰੰਗ ਲੱਗਿਆ ਹੋਵੇ, ਅਤੇ ਉਹਦੀ ਧੂੜ। ਅਤੇ ਪਾਤਸ਼ਾਹ ਉਹੀ ਤੁਹਾਨੂੰ ਦੱਸਦੇ, ਜਿਹੜਾ ਇਹ ਧੂੜ ਦੇ ਵਿੱਚ ਇਸ਼ਨਾਨ ਕਰੇਗਾ, ਸਾਧ ਸੰਗਤ ਦੀ ਧੂੜੀ 'ਚ ਇਸ਼ਨਾਨ ਕਰਦਾ ਹੈ। ਇਸ਼ਨਾਨ ਹੀ ਕਰਨਾ ਹੈ, ਅੰਦਰਲੇ ਦਾ ਇਸ਼ਨਾਨ ਹੋ ਰਿਹਾ, ਅੰਦਰਲੇ ਦਾ। ਇਹ ਧੂੜੀ ਨਾਲ ਅੰਦਰਲੇ ਵਿੱਚੋਂ ਦੁਰਮਤ ਮੈਲ ਜਾਂਦੀ ਆ। ਮਨ ਕਰਕੇ ਜਿਹੜਾ ਐਨ ਪਿਆਰ ਨਾਲ ਵਾਹਿਗੁਰੂ ਕਹੀ ਜਾਂਦਾ, ਨਾਲੇ ਤਾਂ ਦਵਾਈ ਖਾਈ ਜਾਂਦਾ, ਨਾਲੇ ਜੋੜਿਆਂ ਦੇ ਨਾਲ ਉਹ ਮੱਥੇ ਨੂੰ ਲਾਈ ਜਾਂਦਾ ਵੀ ਮੈਂ ਸੱਚੇ ਪਾਤਸ਼ਾਹ ਤੇਰੇ ਜੋੜੇ ਨੇ, ਇਹ ਮਸਤਕ 'ਤੇ ਲਾ ਰਿਹਾ, ਧੂੜੀ ਲਾ ਰਿਹਾ। ਅਤੇ ਅੰਦਰੋਂ ਇਹ ਅੰਦਰਲੀ ਸੂਖਸ਼ਮ ਆ। ਇੱਕ ਤਾਂ ਮੱਥਾ ਟੇਕ ਕੇ ਧੂੜੀ ਲੱਗ ਗਈ, ਇੱਕ ਗੁਰੂ ਸਾਹਿਬ ਦੇ ਹੁਣ ਚਰਨ ਤਾਂ ਦੀਂਦੇ ਨਹੀਂ ਹੈ, ਪਰ ਸਾਰੀ ਜਿਹੜੀ ਸੱਚੇ ਪਾਤਸ਼ਾਹ ਦੇ ਬਚਨ ਨੇ ਉਹ ਚਰਨ ਕਮਲ ਕਹੀ ਜਾਂਦੇ। ਇੱਥੇ ਤੱਕ ਹਿਰਦੇ 'ਚ ਵੀ ਚਰਨ ਕਮਲ ਵਸਾਉਣੇ। ਗੁਰੂ ਦਾ ਸ਼ਬਦ ਜਿਹੜਾ ਵਾਹਿਗੁਰੂ ਹੈ ਨਾ, ਇਹੀ ਚਰਨ ਨੇ। ਇਹ ਵਾਹਿਗੁਰੂ ਦੇ ਚਰਨ ਨੇ। ਇਹ ਜੇ ਭਰਮ ਜਿਹੜੇ ਆ ਅਸੀਂ ਬੁੱਝਣੇ ਪੈਣੇ ਆ, ਸਾਨੂੰ ਸਮਝ ਲੱਗੂਗੀ ਤਾਂ। ਅਸੀਂ ਦੇਹ ਦੇ ਚਰਨ ਨਹੀਂ ਮਹਾਰਾਜ ਦੇ ਹੈਗੇ। ਮਹਾਰਾਜ ਦੇ ਚਰਨ ਜਿਹੜਾ ਸ਼ਬਦ ਹੈ ਉਹੀ ਗੁਰੂ ਦੇ ਚਰਨ ਹੈ। ਉਹ ਮਹਾਰਾਜ ਨੇ ਦੱਸਿਆ ਵੀ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧਿਓ ਪਾਲ, ਮੈਂ ਪੁੱਟ ਕੇ ਫੜਿਆ। ਕਮਲ ਤਾਂ ਲਫ਼ਜ਼ ਵਰਤਿਆ। ਸਾਰੀ ਸ੍ਰਿਸ਼ਟੀ ਵਿੱਚ ਵਾਹਿਗੁਰੂ ਭੋਗ ਸਾਰੀ ਕਰ ਰਿਹਾ, ਸਾਰੇ ਭੋਗ ਆਪ ਭੋਗ ਰਿਹਾ। ਇਹ ਸਾਨੂੰ ਆਪ ਦਿਸੂਗਾ, ਆਪ ਦਾ ਖੇਲ ਆਪ ਕਰ ਰਿਹਾ। ਅਸੀਂ ਤਾਂ ਐਵੇਂ ਹੀ ਵਿੱਚ ਅੜੇ ਹੋਏ ਹਾਂ। ਸਭ ਕੱਟ ਭੋਗ ਵੇ ਅਲਿਪਤ ਰਹੇ, ਅਲੱਖ ਨਾ ਲਖਣਾ ਜਾਈ, ਫਿਰ ਵੀ ਅਲਿਪਤ ਆ। ਕਮਲ ਫੁੱਲਾਂ ਨੂੰ ਚਿੱਕੜ ਵਿੱਚ ਰਹਿੰਦਾ ਹੋਇਆ ਕਮਲ ਫੁੱਲ ਜਿਹੜਾ ਹੈ ਉਹ ਅਲਿਪਤ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ। ਗੁਰੂ ਸਾਹਿਬ ਇਉਂ ਨਿਰਲੇਪ ਬੈਠੇ ਆ, ਸਾਰੀ ਸ੍ਰਿਸ਼ਟੀ ਵਿੱਚ ਵੀ ਬੈਠੇ ਆ, ਪਰੰਤੂ ਫਿਰ ਨਿਰਲੇਪ ਨੇ। ਕੋਈ ਉਹਨਾਂ ਨੂੰ ਦੁੱਖ ਨਹੀਂ, ਕਿਸੇ ਦਾ ਕੋਈ ਕੁਛ ਨਹੀਂ ਹੈ। ਸਭ ਤਮਾਸ਼ਾ ਬੈਠੇ ਨਾਨਕ ਵੇਖੇ। ਉਹ ਜਿਹੜਾ ਬੈਠੇ ਬਿਕਸੇ ਬੇਪਰਵਾਹ ਹੋ ਕੇ ਸਾਰਾ ਖੇਲ ਦੇਖ ਰਿਹਾ, ਖੇਲ ਕਰਵਾ ਵੀ ਰਿਹਾ। ਹੁਕਮ ਵੀ ਉਹਨਾਂ ਦਾ ਚੱਲਦਾ, ਪੱਤਾ ਨਹੀਂ ਝੂਲਦਾ। ਆਪਾਂ ਹਿੱਲ ਵੀ ਉਹਦੇ ਬਿਨਾਂ ਨਹੀਂ ਸਕਦੇ। ਸਾਨੂੰ ਕਿੰਨਾ ਚਿਰ ਰੱਖਣਾ ਇਹਦੇ ਵਿੱਚ ਸਰੀਰ 'ਚ, ਇਹ ਉਹਨੂੰ ਵਾਹਿਗੁਰੂ ਨੂੰ ਪਤਾ ਹੈ। ਕਿੰਨੇ ਸਵਾਸ ਦਿੱਤੇ ਆ, ਕਿਵੇਂ ਸਾਨੂੰ ਭੇਜਿਆ, ਅਤੇ ਕਿਵੇਂ ਸਾਨੂੰ ਅਸੀਂ ਆਪਣੇ ਆਪ ਦੀ ਐਵੇਂ ਹੀ ਹੰਕਾਰ ਕਰੀ ਫਿਰਦੇ ਹਾਂ। ਉਹ ਪਾਤਸ਼ਾਹ ਕਹਿੰਦੇ ਤੂੰ ਆਪਦੀ ਫੂਕ ਕੱਢ ਲੈ। ਇਹ ਫੂਕ ਧੂੜੀ ਨਾਲ ਵੀ ਇਸ ਤਰ੍ਹਾਂ ਰੇਣਕਾ ਬਣ ਕੇ ਨਿਕਲਣੀ ਆ। ਤੂੰ ਰੇਣਕਾ ਬਣੇਗਾ ਤਾਂ ਹੈ। ਰੇਣ ਵੀ ਹੁੰਦੀ ਆ ਧੂੜ। ਇਹ ਉਹਦੇ ਵਿੱਚ ਇਸ਼ਨਾਨ ਕਰ, ਪਰੰਤੂ ਕਹਿੰਦੇ ਇਸ਼ਨਾਨ ਉਹਨੂੰ ਕਰਾਉਂਦਾ ਹੈ ਜੀ ਤੇ ਸਾਈਂ ਥੀਏ ਕਿਰਪਾਲ। ਜੀ ਤੇ ਵਾਹਿਗੁਰੂ ਖੁਸ਼ ਹੁੰਦਾ ਨਾ, ਉਹ ਜੋੜਿਆਂ ਦੀ ਸੇਵਾ ਕਰਨ ਲੱਗਦਾ। ਦੂਆ ਨਹੀਂ, ਵਾਹਿਗੁਰੂ ਖੁਸ਼ ਹੋਊਗਾ ਤਾਂ ਤੁਸੀਂ ਜੋੜਿਆਂ 'ਚ ਸੇਵਾ ਕਰੋਗੇ, ਚਰਨ ਧੂੜ ਹੋ ਜਾਓਗੇ, ਨਾਲ ਨਾਮ ਜਪਣਾ। ਉਹ ਗੱਲ ਸਮਝ ਆ ਜੇ। ਇੱਥੋਂ ਤੱਕ ਵਾਹਿਗੁਰੂ ਪਿਤਾ ਨੇ ਆਪ, ਮੈਂ ਅੱਗੇ ਕਈ ਵਾਰ ਸੁਣਾ ਚੁੱਕੇ ਹਾਂ, ਸੱਚੇ ਪਾਤਸ਼ਾਹ 5ਵੇਂ ਜਾਮੇ ਵਿੱਚ, ਅਤੇ ਉਹ ਕਾਬਲ ਤੋਂ ਸੰਗਤ ਆਈ ਸੀ, ਅਤੇ ਉੱਥੇ ਮਾਤਾ ਜੀ ਅਤੇ ਪਿਤਾ ਜੀ ਦੋਵੇਂ ਸੇਵਾ ਕਰਨ। ਪਹਿਲਾਂ ਸਾਰਾ ਲੰਗਰ ਪਕਾ ਕੇ ਲਗਾਏ। ਪਹਿਲੀ ਗੱਲ ਤਾਂ ਇਹ ਹੈ ਵੀ ਭਾਈ ਗੁਰੂ ਸਾਹਿਬ ਨੂੰ ਕਿੰਨੇ ਪਿਆਰੇ ਆ ਗੁਰਸਿੱਖ, ਸੰਗਤ ਕਿੰਨੀ ਪਿਆਰੀ ਹੈ। ਆਪ ਗਏ, ਕਿਸੇ ਨੂੰ ਨਹੀਂ ਦੱਸਿਆ। ਅਤੇ ਉੱਥੇ ਜਾ ਕੇ ਉਹ ਰਾਹ ਦੇ ਵਿੱਚ ਸਟੇ ਕਰੀ ਸੀ ਉਹਨਾਂ ਨੇ। ਥੱਕ ਗਏ ਸੀ ਉਹ, ਕਾਬਲ ਤੋਂ ਸੰਗਤਾਂ ਆਈਆਂ ਸੀ, ਉਦੋਂ ਤੁਰ ਕੇ ਆਉਂਦੀਆਂ ਹੁੰਦੀਆਂ ਸੀ। ਅੱਜ ਤਾਂ ਸਾਡੇ ਵੱਡੇ ਭਾਗ ਹੈ, ਅੱਜ ਸਾਡੇ ਘਰੇ ਆ ਕੇ ਬੈਠੇ ਆ ਸਾਨੂੰ ਤਾਰਨ ਵਾਸਤੇ। ਸਮਝ ਲੱਗੀ ਕਿਵੇਂ ਜਾਂਦੇ ਹੁੰਦੇ ਸੀ ਸੰਗਤ ਉਦੋਂ, ਕਿਵੇਂ ਕਿੱਡੀ ਦੂਰ ਜਾਂਦੀ ਸੀ ਵੀ ਜਾ ਕੇ ਅਸੀਂ ਸਾਧ ਸੰਗਤ ਕਰੀਏ,
ਗੁਰੂ ਸਾਹਿਬ ਦੇ ਦਰਸ਼ਨ ਹੋਣਗੇ, ਉੱਥੇ ਅਸੀਂ ਸਾਧ ਸੰਗਤ ਕਰਕੇ ਆਵਾਂਗੇ, ਬਖਸ਼ਿਸ਼ਾਂ ਲੈ ਕੇ ਆਵਾਂਗੇ। ਤੇ ਅੱਜ ਪਾਤਸ਼ਾਹ ਸਾਨੂੰ ਘਰ ਵਿੱਚ ਆ ਕੇ ਤੇ ਸਾਨੂੰ ਉਤਾਰ ਰਹੇ, ਤੇ ਅਸੀਂ ਉੱਥੇ ਘਰ ਦੇ ਵਿੱਚ ਹੀ ਬਾਪ ਦੀ ਗੱਲ ਹੀ ਨਾ ਸੁਣੀਏ, ਬਾਪ ਦਾ ਹੁਕਮ ਹੀ ਨਾ ਮੰਨੀਏ। ਬਾਪ ਦਾ ਹੁਕਮ ਮੰਨਣਾ ਬਹੁਤਾ ਜ਼ਰੂਰੀ ਆ। ਸਾਰੇ ਹੁਕਮ ਨੇ ਵਾਹਿਗੁਰੂ ਦੇ, ਵੀ ਆਹ ਕੰਮ ਨਹੀਂ ਕਰਨਾ, ਆਹ ਕੰਮ ਸਾਰੇ ਕੁਛ ਕਈ ਮਨ੍ਹਾ ਕੀਤੇ ਹੋਏ ਨੇ। ਕਈ ਪਾਤਸ਼ਾਹ ਦਾ ਜਿਹੜਾ ਤੁਹਾਨੂੰ ਦੱਸ ਦਿੱਤਾ ਵੀ ਨਾਮ ਹੁਕਮ ਜਪਣ ਦਾ ਹਰ ਵਕਤ ਹੀ ਹੁਕਮ ਹੈ, ਤੇ ਉਹ ਹੈ ਫਿਰ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਤੇ ਉਹ ਜਿਹੜੀ ਗੁਰਬਾਣੀ ਗਾਉਣਾ ਹੈ ਉਹ ਵੀ ਤੈਨੂੰ ਆਪਦੀ ਸਮਝ ਹੋਵੇ, ਗੁਰਬਾਣੀ ਮੈਂ ਕਹਿ ਕੀ ਰਿਹਾ। ਇਹ ਆ ਤਾਂ ਜੇ ਅਸੀਂ ਵਿਚਾਰਹੀਨ ਗੁਰਬਾਣੀ ਪੜ੍ਹੀ ਜਾਂਦੇ ਸਾਨੂੰ ਪਤਾ ਹੀ ਕੱਖ ਨਹੀਂ, ਮਾਇਆ ਨਾਲ ਮਨ ਉੱਧਰ ਨੂੰ ਰੰਗਿਆ ਤੇ ਇੱਧਰ ਬਾਣੀ ਪੜ੍ਹੀ ਜਾਂਦੇ ਹਾਂ। ਕਈ ਵਾਰ ਜਵਾਨੀ ਹੋ ਜਾਂਦੀ ਹੈ ਯਾਦ, ਪਰੰਤੂ ਇਹ ਨਹੀਂ ਪਤਾ ਲੱਗਦਾ ਮੈਂ ਇਹ ਹੈ ਕੀ, ਕਹਿੰਦੇ ਕੀ ਨੇ। ਤੇ ਉਹ ਵੀ ਹੁਕਮ ਹੈ, ਇਹ ਹੁਕਮ ਦੋਹਾਂ ਦਾ ਕਿਉਂ, ਬਾਪ ਦੇ ਬਚਨ ਨੇ, ਬਾਪ ਦਾ ਨਾਮ, ਦੋਹੇ ਹੁਕਮ ਨੇ, ਸਾਨੂੰ ਹੁਕਮ ਹੈ। ਇਹਨਾਂ ਨਾਲ ਹੀ ਇਹ ਅਸੀਂ ਜਿਹੜਾ ਹਉਮੈ ਦਾ ਜਿਹੜਾ ਪ੍ਰਭਾਵ ਹੈ ਸਾਰਾ ਹੀ ਅੰਦਰੋਂ ਹਉਮੈ ਵਿੱਚੇ ਬੈਠੀ ਹੈ ਜਿਹੜੀ, ਉਹ ਹੁਕਮ ਨਾਲ ਹੀ ਨਿਕਲਣੀ। ਉਹ ਹੁਕਮ ਉੱਥੇ ਆਊਗਾ, ਫਿਰ ਸਾਨੂੰ ਹੁਕਮ ਦੀ ਪਛਾਣ ਆਊਗੀ, ਹੁਕਮ ਨੂੰ ਪੂਰਾ ਬੁੱਝ ਲਾਂਗੇ ਤੇ ਹੁਕਮ ਦੀ ਵਿਚਾਰ ਫੇਰ ਕੇ ਤੇ ਗੱਲ ਕਰਾਂਗੇ ਵੀ ਹੁਕਮ ਸੱਚੇ ਪਾਤਸ਼ਾਹ ਇਹਦਾ ਹੁਕਮ ਅਸੀਂ ਸਮਝਣਾ ਕਿਵੇਂ, ਵੀ ਹੁਕਮ ਹੈ ਕੀ। ਤੇ ਇਹ ਵੱਡੇ ਹੁਕਮ ਪਹਿਲਾਂ ਮੰਨ ਲੈਣੇ, ਬਸ ਚੁੱਪ ਕਰਕੇ ਮੰਨ ਲੈਣੇ। ਆਰਡਰ ਹੁੰਦਾ, ਆਰਡਰ ਇਜ਼ ਆਰਡਰ, ਬਸ ਕੋਈ ਉਹਦੇ ਵਿੱਚ ਕਿੰਤੂ ਪਰੰਤੂ ਨਹੀਂ ਜੀ। ਇਹ ਕਿਉਂ ਨਾਮ ਜਪਣਾ ਹੈ, ਕਈ ਇਹੀ ਸਾਰੀ ਉਮਰ ਪੁੱਛੀ ਜਾਣਗੇ ਵਾਹਿਗੁਰੂ ਕਿਵੇਂ ਜਪਣਾ ਹੈ, ਅਸੀਂ ਵਾਹਿਗੁਰੂ ਇਹ ਅੱਖਰ ਕੀ ਹੁੰਦੇ ਨੇ, ਇਹ ਜੀ ਜਪਣਾ ਹੀ ਨਹੀਂ ਚਾਹੀਦਾ, 2-4 ਵਾਰਾਂ ਕਹਿ ਲਈਦਾ, ਅੱਜ ਦੁਨੀਆ 'ਚ ਆਹ ਕੁਛ ਹੈ। ਪਰੰਤੂ ਇਹਦੀ ਉਪਮਾ ਜੀਵ ਨਹੀਂ ਦੱਸ ਸਕਦੀ। ਇਹਦੇ ਵਿੱਚੋਂ ਹੀ ਸਾਰੇ ਆ ਪਾਤਸ਼ਾਹ ਇਹੀ ਦੱਸਣ ਲੱਗਿਆ ਅਗਲੀ ਲਾਈਨ 'ਚ, ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ ਹੈ ਉਹਨੂੰ ਇਹ ਧੂੜੀ ਮਿਲਦੀ ਹੈ ਤੇ ਉਹਦੇ ਵਿੱਚ ਇਸ਼ਨਾਨ ਕਰਦਾ। ਲੱਦੋ ਹੱਬੇ ਥੇ ਹੋ ਥੋਕੜੇ ਸਾਰੇ ਪਦਾਰਥ ਜਿਹੜੇ ਤੂੰ ਅੰਦਰੋਂ ਚਾਹੁੰਦਾ, ਦੁਨਿਆਵੀ ਕੀ ਦੂਏ ਕੀ ਆਤਮਕ, ਕਿਹਦੇ ਨਾਲ, ਨਾਨਕ ਹਰ ਧਨ ਮਾਲ। ਆਹ ਵਾ ਗੁਰਮੰਤਰ, ਵਾਹਿਗੁਰੂ ਦਾ ਜਿਹੜਾ ਧਨ ਹੈ, ਇਹ ਨਾਮ ਜਦੋਂ ਤੇਰੇ ਅੰਦਰ ਇਹ ਧਨ ਜੁੜ ਗਿਆ ਨਾ, ਅੰਦਰ ਵਸ ਗਿਆ, ਤਾਂ ਤੈਨੂੰ ਸਾਰੇ ਪਦਾਰਥ ਅੱਗੇ ਤੇਰੇ ਭੱਜਾ ਫਿਰਦਾ ਨਾ ਪਦਾਰਥਾਂ ਮਗਰ, ਸਾਰੇ ਪਦਾਰਥ ਤੈਨੂੰ ਮਿਲ ਗਏ, ਤੂੰ ਸ੍ਰਿਸ਼ਟੀ ਦਾ ਰਾਜਾ ਹੀ ਬਣ ਜਾਣਾ। ਤੇ ਛੱਡੋ ਪਰੇ ਕਿੱਥੇ ਗੱਲ ਗਈ ਗੱਲ। ਪਰੰਤੂ ਗੁਰੂ ਸਾਹਿਬ ਦੀ ਉਹ ਫਿਰ ਜਦੋਂ ਪਾਤਸ਼ਾਹ ਉੱਥੇ ਨਾਲੇ ਉਹਨਾਂ ਦੇ ਚਰਨ ਕੁੱਟੇ, ਨਾਲੇ ਪਾਣੀ ਨਾਲ ਉਹਨਾਂ ਦੀ ਸੇਵਾ ਕਰੀ, ਆਪਣੇ ਆਪ ਨੂੰ ਜਣਾਇਆ ਵੀ ਮੈਂ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਜਣਾਇਆ ਵੀ ਮੈਂ ਸਤਿਗੁਰ ਹਾਂ। ਕੋਈ ਕੁਛ ਨਹੀਂ, ਆਮ ਕੱਪੜਿਆਂ ਵਿੱਚ, ਆਮ ਸਾਦੇ ਲਿਵਾਜ਼ਾਂ 'ਚ, ਸਿਆਣ ਹੀ ਨਹੀਂ ਆਉਂਦੀ ਸੀ ਬਾਹਰ ਗੁਰੂ ਸਾਹਿਬ। ਤੇ ਇਹ ਨਹੀਂ ਵੀ ਕੋਈ ਸਪੈਸ਼ਲ ਅਲੱਗ ਲੋਕਾਂ ਨੂੰ ਬਹਿਣਾ ਨਾ, ਸਾਦੇ ਕਿਉਂ, ਅੰਦਰੋਂ ਗੱਲ ਹੈ ਸਾਰੀ। ਅੰਦਰ ਸ਼ਬਦ ਗੁਰੂ ਵਸਿਆ ਹੈ, ਰੱਬ ਵਸਿਆ ਹੋਇਆ ਅੰਦਰ, ਰੱਬ ਹੀ ਹੈ ਉਹ ਅੰਦਰੋਂ। ਉਦੋਂ ਵੀ ਸ਼ਬਦ ਗੁਰੂ ਹੀ ਪਾਤਸ਼ਾਹ ਆਪ ਵੀ ਦੇਹ ਨੂੰ ਕੁਛ ਨਹੀਂ ਸਮਝਿਆ ਪਾਤਸ਼ਾਹ ਨੇ, ਸ਼ਬਦ ਗੁਰੂ ਨਹੀਂ ਮੱਥਾ ਟਿਕਾਉਂਦੇ ਸੀ, ਸ਼ਬਦ ਗੁਰੂ ਨਹੀਂ ਫਿਰ ਮਹਾਰਾਜ ਨੇ 5ਵੇਂ ਜਾਮੇ 'ਚ ਟਿਕਾਤਾ, 10ਵੇਂ ਜਾਮੇ 'ਚ ਆਪ ਮੱਥਾ ਟੇਕ ਦਿੱਤਾ। ਬਈ ਸ਼ਬਦ ਗੁਰੂ ਹੀ ਆ ਸਾਰਾ ਕੁਛ, ਭਾਈ ਜਿਹੜਾ ਗੁਰਮੰਤਰ ਹੀ ਆ ਸਭ ਕੁਛ। ਇਹਦੇ ਨਾਲ ਹੀ ਮੇਰਾ ਹੁਕਮ ਹੈ ਰੱਬ ਦਾ, ਇਹਦੇ ਨਾਲ ਹੀ ਮੈਂ ਸ੍ਰਿਸ਼ਟੀ ਰਚੀ ਆ। ਹੁਣ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਕਦੇ ਕੋਈ ਹਿਸਾਬ ਬਾਹਰੋਂ ਲਾ ਲੂ, ਬਾਹਰੋਂ ਦੇਖੋ ਕਿਹੋ ਜਿਹਾ ਕੋਈ ਹਿਸਾਬ ਲਾ ਲੂ ਵੀ ਸਾਡਾ ਜਿਹੜਾ ਬਾਹਰਲਾ ਸਰੀਰ ਹੈ, ਅੰਦਰਲਾ ਸਰੀਰ ਆ, ਆ ਜਿੰਨੀ ਦੁਨੀਆ ਬਾਹਰਲੀ ਬਣੀ ਆ, ਇਹ ਸਾਰੀ ਗੁਰਮੰਤਰ ਨਾਲ ਬਣੀ ਆ। ਕੋਈ ਤਸੱਲੀ ਕਰ ਜੂ, ਸੈਟੀਸਫਾਈ ਹੋ ਜੂ ਤੇ ਲਾਈਨ ਪੜ੍ਹ ਲੈਣੀ ਆ। ਮਹਾਰਾਜ ਨੇ ਕਿਹਾ ਅਸੰਖ ਨਾਉ ਅਸੰਖ ਥਾਉ, ਅਸੰਖ ਨਾਮ ਅਸੰਖ ਥਾਂ, ਅਗੰਮ ਗੰਮ ਸੰਖ ਲੋਏ, ਜੇਤਾ ਕੀਤਾ ਤੇਤਾ ਨਾਉ। ਮੈਂ ਲਾਈਨ ਇਹ ਬੋਲਣੀ ਸੀ ਜੀ, ਜਿੰਨੀ ਵੀ ਦੁਨੀਆ ਬਣਾਈ ਹੈ ਉਹ ਸਾਰੀ ਵਾਹਿਗੁਰੂ ਗੁਰਮੰਤਰ ਨਾਲ ਬਣਾਈ ਹੈ। ਬੇ ਨਾਵੇ ਨਾ ਹੀ ਕੋ ਥਾਓ ਹੈ ਕੋਈ, ਕਿਉਂ ਸੂਖਸ਼ਮ ਆ ਸਾਰਾ ਖੇਲ, ਠੋਸ ਨਹੀਂ ਹੈਗਾ, ਇੱਕ ਦਾ ਹੀ ਹੈ, ਇੱਕ ਹੀ ਰਮਿਆ ਹੋਇਆ। ਤੇ ਬਾਹਰਲੇ 5 ਤੱਤ ਬਣਾ ਕੇ ਉਹਨੇ ਇੱਕ ਖਿਡੌਣੇ ਬਣਾ ਕੇ ਖੇਲ ਬਣਾਇਆ ਹੋਇਆ ਮਾਇਆ ਦਾ, ਇਹ ਉਹਦਾ ਖੇਲ ਹੈ। ਇਹਦੇ ਵਿੱਚ ਆਪਾਂ ਬਹੁਤ ਨਹੀਂ ਸਾਨੂੰ ਪਤਾ ਲੱਗਦਾ, ਸਾਡਾ ਸਰੀਰ ਵੀ 5 ਤੱਤਾਂ ਦਾ ਸਾਰਾ, ਇਹ ਵੀ ਨਾਮ ਨਹੀਂ ਬਣਾਇਆ ਨਾਮ ਨਹੀਂ ਹੈ। ਇਹਨੇ ਜਦੋਂ ਅੰਦਰੋਂ ਨਾਮ ਵਸ ਗਿਆ, ਇਹਨੇ ਵੀ ਨਾਮ ਰੂਪ ਹੋ ਜਾਣਾ।
ਇਹ ਸਾਨੂੰ ਉਪਾਸ ਹੀ ਹੋ ਜਾਣਾ, ਕਿਧਰੇ ਖਤਮ ਹੋ ਜਾਣਾ ਹੈ। ਸਾਨੂੰ ਅਸੀਂ ਕੱਲੀ ਦੇ ਹੀ ਸਾਨੂੰ ਦਰਸ਼ਨ ਹੋਣੇ ਆ, ਕੱਲੇ ਪ੍ਰਕਾਸ਼ ਹੀ ਪ੍ਰਕਾਸ਼ ਸਾਰੇ ਪਾਸੇ ਹੀ ਦਬਿਆ ਹੋਇਆ ਹੈ। ਪ੍ਰਕਾਸ਼ ਪ੍ਰਕਾਸ਼ ਹੀ ਪ੍ਰਕਾਸ਼ ਹੈ। ਇਸ ਸਟੇਜ ਤੇ ਆਪਾਂ ਉੱਪੜੇ ਹਾਂ। ਇਹ ਦਰਸ਼ਨ ਨੇ ਵਾਹਿਗੁਰੂ ਦੇ, ਉਹ ਪ੍ਰਕਾਸ਼ ਦੇ ਹੀ ਆਪਾਂ ਬਣੇ ਹੋਏ। ਅਸੀਂ ਹਉਮੈ ਦਾ ਹੀ ਹਨੇਰਾ ਆਪ ਦਾ ਕਰੀ ਬੈਠੇ ਹਾਂ। ਉਹ ਹਨੇਰਾ ਹੀ ਦੂਰ ਕਰਨ ਦੀ ਖਾਤਰ ਸਾਨੂੰ ਮੁੜ ਮੁੜ ਕੇ ਵਾਹਿਗੁਰੂ ਜਪਣਾ ਪੈਂਦਾ। ਮੁੜ ਮੁੜ ਕੇ ਪਾਤਸ਼ਾਹ ਕਹਿੰਦੇ ਆ ਨਾਮ ਜਪ, ਤੂੰ ਹਨੇਰਾ ਮੈਨੂੰ ਭੁੱਲ ਕੇ ਨਾ ਮਾਇਆ ਦੀ ਭਗਤੀ ਕਰੀ ਆ ਹੁਣ ਤੱਕ, ਮਾਇਆ ਦੇ ਸਿਮਰਨ ਕਰਿਆ ਹੁਣ ਤੱਕ, ਅਜੇ ਵੀ ਉਹੀ ਕਰੀ ਜਾਂਦੇ ਸ਼ਾਂਤ। ਤੇ ਪਾਤਸ਼ਾਹ ਹੁਣ ਉਹ ਜਦੋਂ ਸੇਵਾ ਕੀਤੀ, ਸਵੇਰੇ ਆਏ, ਆਪਾਂ ਅੱਗੇ ਕਈ ਵਾਰ ਸੁਣਾ ਚੁੱਕੇ ਹਾਂ, ਮੇਰਾ ਭਾਵ ਤਾਂ ਦੱਸਣ ਦਾ। ਜਦੋਂ ਆਏ ਤਾਂ ਡਿਊਟੀ ਦਰਸ਼ਨੀ ਡਿਊਟੀ ਤੇ ਕੋਲੇ ਆ ਕੇ ਸਾਰੇ ਰੁਕ ਗਏ। ਉਦੋਂ ਦਰਸ਼ਨੀ ਡਿਊਟੀ ਮੂਹਰੇ ਜੋੜੇ ਲਾਉਂਦੇ ਹੁੰਦੇ ਸੀ, ਸਮਾਨ ਲਾਉਂਦੇ ਸੀ। ਹਰਿਮੰਦਰ ਸਾਹਿਬ ਦਾ ਨਕਸ਼ਾ ਇਹ ਨਹੀਂ ਸੀ, ਥੋੜ੍ਹਾ ਜਿਹਾ ਕੱਚਾ ਸੀ, ਗਾਂਹ ਆ ਜਾਂਦੇ ਸੀ। ਤੇ ਗੁਰੂ ਸਾਹਿਬ ਹਰਿਮੰਦਰ ਸਾਹਿਬ ਤਾਂ ਬਣਾਇਆ ਹੀ ਉਹਨਾਂ ਨੇ ਸੀ ਆਪ, ਤੇ ਉੱਥੇ ਮਹਾਰਾਜ ਬਹਿੰਦੇ ਸੀ ਆ ਕੇ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੋਥੀ ਦਾ ਰੂਪ ਕਹਿਤਾ ਸੀਗਾ, ਪੋਥੀ ਪਰਮੇਸ਼ਰ ਦਾ ਥਾਨ, ਤੇ ਉਦੋਂ ਫਿਰ ਮਹਾਰਾਜ ਪਾਸੇ ਤੇ ਬਹਿਣ ਲੱਗ ਗਏ ਸੀ। ਤੇ ਉਹ ਪ੍ਰਕਾਸ਼ ਉਦੋਂ ਕਰਦੇ ਸੀ, ਆਪਾਂ ਉਹ ਵੀ ਪ੍ਰਕਾਸ਼ ਦਿਵਸ ਮਨਾਉਂਦੇ। ਤੇ ਜਦੋਂ ਮਹਾਰਾਜ ਉੱਥੇ ਸਾਰੇ ਆ ਗਏ, ਸਾਰੀ ਸੰਗਤ ਕਹਿਣ ਲੱਗੀ ਵੀ ਕੋਈ ਛੇਤੀ ਕਾਹਲੀ ਵੀ ਮੈਂ ਜਾਣਾ, ਤੇ ਮੇਰੇ ਕੋਈ ਇੱਥੇ ਰਾਖੀ ਕੌਣ ਰੱਖੂ ਸਮਾਨ ਦੇ। ਸਾਰੇ ਕਹਿੰਦੇ ਵੀ ਆਪਾਂ ਉਹ ਇੱਕ ਦੂਏ ਤੋਂ ਕਾਹਲੇ, ਕਹਿੰਦੇ ਰੱਖ, ਉਹ ਕਵੇ ਮੈਂ ਨਹੀਂ ਰਹਿਣਾ, ਉਹ ਕਵੇ ਮੈਂ ਨਹੀਂ ਰਹਿਣਾ, ਮੈਂ ਛੇਤੀ ਕਰਨੇ ਆ ਦਰਸ਼ਨ। ਮਹਾਰਾਜ ਸਾਰਿਆਂ ਨੂੰ ਕਹਿੰਦੇ, ਅਜੇ ਨਾਲ ਹੀ ਆਏ ਸੀ, ਮਾਤਾ ਜੀ ਘਰ ਚਲੇ ਗਏ ਤੇ ਪਿਤਾ ਜੀ ਉੱਥੇ ਖੜ ਕੇ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਤੁਸੀਂ ਜਾਓ ਅੰਦਰ, ਇੱਥੇ ਮੈਂ ਬੈਠਾ। ਦੇਖੋ ਬਾਪ ਨੇ ਸਾਨੂੰ ਸਬਕ ਆਪ ਉਹ ਜਿਹਾ ਸਾਨੂੰ ਸਿੱਖ ਬਣ ਕੇ ਵੀ ਸਿਖਾਇਆ। ਭਾਈ ਲਹਿਣਾ ਜੀ ਸਿੱਖ ਬਣੇ, ਇਹ ਡਰਾਮਾ ਖੇਡਿਆ ਇੱਥੇ ਧਰਤੀ ਤੇ, ਆਦ ਤੋਂ ਹੀ ਤੁਰੇ ਆਉਂਦੇ ਆ। ਇੱਕ ਸਿੱਖ ਬਣਾਇਆ, ਉਹ ਸਿੱਖ ਬਣ ਕੇ ਭਾਈ ਲਹਿਣਾ ਬਣੇ ਜੀ। ਭਾਈ ਲਹਿਣਾ ਜੀ ਨੂੰ ਵੀ ਮਹਾਰਾਜ ਉਹਨੂੰ ਵੀ ਲੈਣ ਗਏ। ਆਪਾਂ ਤਾਂ ਕਹਿ ਦਿੰਦੇ ਨੇ ਵੀ ਉਹ ਬਾਹਰ ਦਾਤਣਾ ਤੋੜਦੇ ਸੀ ਜੀ ਭਾਈ ਲਹਿਣਾ ਜੀ, ਇਹ ਸਾਰੇ ਸਾਖੀਆਂ ਤੇ ਸੁਣਾਉਂਦੇ ਨੇ। ਪਰ ਆਪਾਂ ਹਰੇਕ ਗੱਲ ਸਾਨੂੰ ਸਮਝ ਆ ਜੇ, ਹਰੇਕ ਗੱਲ ਦੇ ਪਿੱਛੇ ਸਾਰੀ ਗੱਲ ਹੋਰ ਹੈ। ਤੇ ਭਾਈ ਲਹਿਣਾ ਜੀ ਤੋਂ ਪਹਿਲਾਂ ਇਹ ਦੇਵੀਆਂ ਦੇ ਜਾਂਦੇ ਸੀ, ਉਹ ਸਾਨੂੰ ਸਮਝਾ ਵੀ ਇੱਥੋਂ ਕੱਖ ਨਹੀਂ ਮਿਲਣਾ, ਤੀਰਥਾਂ ਤੋਂ ਕੱਖ ਨਹੀਂ ਮਿਲਣਾ। ਤੇ ਇਹ ਇੱਥੇ ਦੁਨੀਆ ਉਹ ਚੱਲ ਰਹੀ ਸੀ ਨਾ, ਤੇ ਮਹਾਰਾਜ ਨੇ ਸਮਝਾਇਆ ਵੀ ਇੱਥੇ ਕੁਛ ਨਹੀਂ ਲੱਭਣਾ। ਫਿਰ ਮਹਾਰਾਜ ਆਏ ਚੱਲ ਕੇ, ਆ ਚਰਨ ਛੰਨ ਗੁਰੂ ਏਕ ਪੈਂਡਾ ਜਾਏ ਚੱਲ। ਹੁਣ ਸਤਿਗੁਰ ਕੋਟ ਪੈਂਡਾ ਭਾਈ ਲਹਿਣਾ ਜੀ ਆਏ, ਤੇ ਮਹਾਰਾਜ ਉਹਦੇ ਮੂਹਰੇ ਜਾਣਾ ਸੀ, ਉਹਨਾਂ ਨੂੰ ਲੈਣ। ਪਹਿਲਾਂ ਪਤਾ ਵੀ ਉਹ ਆ ਰਿਹਾ ਸਿੱਖ ਇੱਕ, ਜਿਹਨੂੰ ਸ਼੍ਰੀ ਗੁਰੂ ਅਗਾਹ ਗੁਰਗੱਦੀ ਦੇਣੀ ਆ, ਪਹਿਲਾਂ ਹੀ ਪਤਾ ਸਭ ਕੋ, ਉਹਨਾਂ ਨੂੰ ਸਾਰਾ ਹੀ ਪਤਾ। ਸਾਡੇ ਇਕੱਲੇ ਇਕੱਲੇ ਦਾ ਭੇਦ ਪਤਾ ਉਹਨਾਂ ਨੂੰ, ਵੀ ਇਹ ਕਿੱਥੋਂ ਆਇਆ, ਕਿੱਥੇ ਮੈਂ ਇਹਨੂੰ ਪੈਦਾ ਕਰਨਾ, ਕਿਵੇਂ ਲਿਜਾਣਾ, ਕਿੱਥੇ ਰੋਟੀ ਖਵਾਉਣੀ ਆ, ਕਿੱਥੇ ਲਿਜਾਣਾ, ਕਿਵੇਂ ਮੈਂ ਇਹਨੂੰ ਤਾਰਨਾ। ਸਾਡਾ ਵੀ ਸਾਰਿਆਂ ਦੇ ਇੰਤਜ਼ਾਮ ਸਾਰੇ ਕੋਈ ਜਾਣਦੇ ਆ। ਉਹ ਬਣਾਈ ਉਹਨਾਂ ਨੇ ਆ, ਬਣੇ ਉਹਦੇ ਆ। ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਣ ਹਾਰੋ ਜਾਣੇ, ਆਹ ਕੀ ਗੱਲ ਕਹਿ ਗਏ। ਕਾਠ ਦੀ ਪੁੱਤਰੀ ਨੂੰ ਕੀ ਪਤਾ ਹੁੰਦਾ ਵੀ ਮੈਨੂੰ ਕਿਵੇਂ ਘਲਾਉਣਾ। ਆਪਾਂ ਉਵੇਂ ਖੇਡ ਰਹੇ ਹਾਂ, ਪਰੰਤੂ ਅਸੀਂ ਹਉਮੈ 'ਚ ਕਹਿੰਦੇ ਨਾ ਨਾ ਨਾ, ਸਤਿਗੁਰ ਦੇ ਖੇਡਦੇ ਆ, ਅਸੀਂ ਤਾਂ ਆਪ ਖੇਡਦੇ ਹਾਂ, ਅਸੀਂ ਤਾਂ ਆਪ ਤੁਰੇ ਫਿਰਦੇ ਹਾਂ, ਸਾਡੇ ਤਾਂ ਆਪ ਦੇ ਬੱਚੇ ਨੇ, ਸਾਡਾ ਤਾਂ ਸਾਰਾ ਕੁਛ ਆਪ ਦਾ। ਇਹ ਮੈਂ, ਇਹ ਹੈ ਹਉਮੈ। ਚਲੋ ਉਹ ਜਦੋਂ ਦਾਤਣ ਦਾ ਤਾਂ ਬਹਾਨਾ ਸੀ, ਤੇ ਗੁਰੂ ਸਾਹਿਬ ਉਹ ਭਾਈ ਲਹਿਣਾ ਜੀ ਪੁੱਛਦੇ ਆ ਵੀ ਗੁਰੂ ਸਾਹਿਬ ਜੀ ਨੂੰ ਵੀ ਮੈਂ ਜਾਣਾ, ਕਿੱਥੇ ਜਾਣਾ। ਕਹਿੰਦੇ ਬਾਬੇ ਨਾਨਕ ਦੇ ਦਰਸ਼ਨ ਕਰਨਾ, ਦਰਸ਼ਨ ਕਰਨਾ। ਕਹਿੰਦੇ ਆ ਜਾ, ਬੂढ़े ਲਗਾਮ ਫੜ ਲਈ, ਦੇਖਣ ਨਿਮਰਤਾ। ਗੁਰੂ ਸਾਹਿਬ ਸਿੱਖ ਘੋੜੇ ਤੇ ਆ, ਆਪ ਲਗਾਮ ਫੜ ਕੇ ਤੁਰਦਾ, ਮਾਲਕ ਦੁਨੀਆ ਦਾ। ਸਿੱਖ ਦਾ ਸਤਿਕਾਰ ਇਵੇਂ ਹੀ, ਕਾਬਲ ਚੋਂ ਸੰਗਤ ਦਾ ਸਤਿਕਾਰ ਐਵੇਂ ਨਹੀਂ ਕਹਿਦਾ ਗੁਰਸਿੱਖਾਂ ਕੀ ਯਾਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਧੂੜ ਆਪ ਲੈਣ ਗਏ ਉੱਥੇ, ਤੇ ਧੂੜ ਹੁਣ ਇੱਥੇ ਦਰਸ਼ਨੀ ਡਿਊਟੀ ਮੂਹਰੇ ਲੈ ਰਹੇ ਨੇ, ਪਰੰਤੂ ਸਾਨੂੰ ਸਿਖਾ ਰਹੇ ਆ ਗੱਲ। ਪੁੱਤਰਾ ਐ ਰਹੀ, ਐ ਜੋੜਿਆਂ ਦੀ ਸੇਵਾ ਕਰੀ। ਸੰਗਤ ਬਹੁਤ ਉੱਚੀ ਆ, ਰੱਬ ਹੈ, ਸੰਗਤ ਵੀ ਰੱਬ ਹੈ, ਸਾਰੇ ਰੱਬ ਪੰਜ ਨੇ। ਇਹਨਾਂ ਪੰਜਾਂ ਨੂੰ ਰੱਬ ਸਮਝੀ। ਤੇ ਹਰੇਕ ਜੋੜਾ ਗੁਰੂ ਨਾਨਕ ਦਾ ਹੈ, ਹਰੇਕ ਚਰਨ ਉਹਦੇ ਨੇ, ਪੈਰ ਉਹਦੇ ਆ, ਤੇਰੇ ਨਹੀਂ ਹੈ। ਤੂੰ ਆਪਦੇ ਮੰਨੀ ਬੈਠਾ, ਅਸੀਂ ਬਣਾਇਆ ਪੈਰ।
ये भी फिर गल दसदे हैं भी पैरां दी गल क्यों एडी वड्डी। जदों ते महाराज वो अंदर चले गए, जाके कीर्तन हो रहा सी, बाबा बुढ़ा जी कहते कित्थों आई संगत, कहते चादर उत्थे तक महाराज है नहीं सीगे, ते कहते जी असी पिपली साहब तो आए हैं, ते काबल तो आए हैं, पिपली साहब से कहते रात तुहाडे कोल गुरु साहब गए सी, सारे एक मूँह मल देखण ये किहड़े गुरु साहब सीगे, ते किसी दी लत्तां कुट्टी जांदे, किसी नूं पानी पियाई जांदे, किसी नूं प्रसादा छकाई जांदे, किसी नूं बजुर्गों की सेवा करी जाते, पा मलोवा मलमल धोवा, एवें नहीं ये मन तैकू देसा, ये सारी गुरबाणी प्रेरणा प्रैक्टिकल आप खेडी आ, तां मुड़ मुड़ के पातशाह ने गां दी गां जोत ओहा जुगत साए सैकाया फिर पलटी है, तां करते रहे आ सानू समझाउण दी खातर 239 बरा लाता भी इनू मैं जीव नूं कोई कसर ना रह जे, बे क्यों आप बई आप तो करी नहीं, सानू सिक्ख्या दिंदे। इउं महाराज ने कहा भी इस तरह ही तू मनुख जन्म दे विच तरना है, इस तरह तू सचखंड आउणा, ते मैं तेरी सहायता करूँ, मैं जांदा नहीं कि जो तू मेरा बन गया मैं तेरे नाल आ, तेरी सहायता करूँ, तेनू सब कुछ दसूँगा भी, तेनू समझाऊँगा भी, तेनू बुझाऊँगा भी, सारियां गल्लां अजों अंदरों सब कुछ करदे आ महाराज, अंदरों सारा अंदरला खेल आ, ते मूड़ा बाहर पाले, बाहर तो कख नहीं लभना, कदे नहीं लभना, बाहर तो माया है, मन मुँह कंधे फिरे बताले, कमलियां वांगू कहंदे तुरे फिरदे अन्ने ने जेड़े बाहर लभदे फिरदे, जिथे बत होवे तिथे कोई ना पावे, जिथे वस्तु पई है उथों कोई लभदा ही नहीं, वस्तु तो अंदर है, मन मुख भरम भुलावणिया, सारा दिन अंतरीव जे बिरती हो गई ना, अंतरीव नाम चल पिया, अंतरीव तुसी सुरती लग गई, अंतरीव वाहिगुरू नाल गल्लां कर लग गए, धन भाग वाहिगुरू बाहर जाण नूं जी नहीं करना, बई बाहर मैं जावां, तुरिया फिरदा भी अंतरीव रहिंदा वो बंदा, ये नहीं भी जी हुण इत्थे ही नाम जपना है, बाहर भी अंतरीव रहना है, उतों ही गल करनी है, अंतरीव अंदरों गुरु साहब के चरणों च डिग्गिया रहना है। ये आ खेल अपना तरन का, पातशाह सानू धूड़ी की महिमा दस रहे हैं, तो उत्थे सिखा रहे हैं, जो सारी संगत ने कहा जी असी तो वो हाँ, फिर कहने लगे उन्होंने तो अं जोड़ियां च पाया है, फिर सारी संगत ते सारे सिखा के महाराज के चरनी डिग के रोए, सच्चे पातशाह सानू तो रोन आउंदा ही नहीं, जे रोन आउंदा वो भी गुरु साहब की बख्शिश नहीं आउंदा, ये भी दसा मैं, ये भी नहीं अपने आप नहीं रोना आउंदा, ते बराग जी नूं कहंदे, ते महाराज कहंदे भी बाबा बुढ़ा जी कहंदे महाराज ये क्योंकि नवां जो परताया सी महाराज ने, ते कहंदे तुहानूं नहीं पता, कहंदे तुसीं तां पहले पातशाह तो तुरे आउंदे नाल साथी, ते बाबे नानक दे जोड़े नहीं, ते बाबे नानक दे देखो सत्कार, आप भी बाबा नानक आ, ते बड़े बाबा पहले बाबा जी दे ओहदे जोड़े कहता, इत्थे इवां आपे ठाकर आपे सेव काली गल है, ते कहंदे उन्होंने जोड़े ने, मैं मास्टर नूं लाई जाना जोड़े लाने, बाबे नानक दे जोड़े लाने कोई माड़ी चीज़ है, मेरे ते कोई किरपा ही होगी, हुण सूक्ष्म जोड़ा सूक्ष्म आत्मा ने लाउणा, ते सूक्ष्म जोड़ा गुरु साहब भी आउंदे, नाले आपां कहंदे ते गुरु साहब आउंदे, ते सूक्ष्म जोड़ा भी उन्हां दा हैगा, ते सूक्ष्म ने आत्मा ने लाउणा, अंदर लेने बाहरला शरीर थोड़ा लाउंदा, ते मिट्टी आ, जोड़ा भी बाहरला मिट्टी है, इहदा रूप भी सूक्ष्म आ, जोड़े का भी धूड़ भी सूक्ष्म आ, जानी एक पासा रब वाला पासा सारा प्रकाश का बनया होया है, ते दूआ पासा सारा जिहड़ा दिसदा है वो नेरे दा हैगा नेरा ही, परंतु सानू सूरज दी एक दीवे नाल ते आ कोई बनौटी लाइटां नाल असीं चीज़ां दिंदियां, सानू हैगा नेरा ही, बनौटी लाइटां लाइया तो दिने महाराज का दीवा जग पैंदा दिन बन जाता, तो जे वो ना होवे महाराज ने थाली तारियां की भी लो रखी हुई है, चानन वो भी प्रकाश रखे, वो आपका खेल बनाया, तो थले सारी जे किते घुप हनेरा हो जाए इत्थे तक नहीं दिखना, सानू हैगा घुप हनेरा, महाराज कहते माया मोह गवारा जिदन पहले दिन जम्मे सी ना उदन सानू ये घुप हनेरे की नज़र आई सी भी हाँ कित्थे छड़ दिता सानू, किहड़े घुप हनेरे जाके डिग पे, अज हौली हौली अखां ज्यों खोलियां, माया ने जलबे दिखाए, माया ने आपदे रंग दिखाए,
बस भैया मैं तेरी माँ, मैं तेरा बाप हाँ, मैं तेरा मैं चलदी खा चलो जी चल, रब किधरे बिसर गया, भुल गया, पता ही नहीं कितने। इउं ही जान लिया मैं 70-80 बरे की उम्र आ सारी इत्थे ही रहना हूँ, ऐ समझी बैठा बंदा। महाराज कहने, महाराज ने सिखाया भाई ये भी दान महिंडा तली खाक जे मिले तो मस्तक लाइए, इस तरह लानी है भाई, सेवा करनी है, गुरमंत्र जपना, ये पातशाह ने सिखाया। फिर महाराज पातशाह सानू समझाते ने, पातशाह जी संत जना की धूड़ जी है ले माथे लग गई, मेरे माथे लग केल वेख दुख मेरे सगले लाते, संत की धूड़ मेरी माथे, केल वेख दुख मेरे सबले लाथे। आदे आ देखो की कहते, जे धूड़ मत्थे ना लावांगे तो साडे जिहड़े पाप ने ते दुख ने वो सारे ही लै जाणगे। गुरु साहब नूं पुछिए ना, मैनूं शरीरक बीमारी है, वो धूड़ ला, पुछ लियो कदे कर ले, जे गांह समझ आ जे, वो धूड़ लाया कर। दिल्ली दे विच बहुत समा हो गया तो शीशगंज के कोले एक मसीत सी, उत्थे मुल्ला सी। वो मुल्ला सवेरे उठ के 7 बजे जदों दिन चढ़ता सी, आपके सब नमाज तो विहला हो के, उदों उत्थे लोगों की लाइन लग जाती सी भी ये मुल्ला ना जिहड़ी पुड़ी दिंदा उहदे नाल साडे दुख दूर हो जाते। पुड़ियां दिंदा सी, पुड़ियां एक पुड़ी तो लोग इत्थे भी हुण लोग एवें जाते हकीमां कोल जां होर सियाणियां कोल भी सानूं पुड़ी दे दे, स्वाह दी, पता ही नहीं की हुंदी है, उवें जाते सी ਉਹਦੇ ते ਉਹਦੇ ਵਿੱਚ ਆਪਣੇ ਵਰਗਾ ਕੋਈ ਮੂਰਖ भी चला गया ਜਿਹਦਾ ਅੰਮ੍ਰਿਤ ਛਕਿਆ ਸੀ, ਉਹ ਵੀ ਲਾਈਨ 'ਚ ਲੱਗ ਗਿਆ। ਜਦੋਂ ਮੂਹਰਲੇ 10-15 ਮੂਹਰਲਿਆਂ ਨੂੰ ਪੁੜੀਆਂ ਦੇਤੀਆਂ, ਜਦੋਂ ਉਹਦੀ ਵਾਰੀ ਆਈ ਤਾਂ ਮੁੱਲਾ ਕਹਿੰਦਾ ਤੈਨੂੰ ਨਹੀਂ ਉਹ ਦੇਣੀ, ਮੈਂ ਪੁੜੀ ਕਹਿੰਦਾ ਤੈਨੂੰ ਨਹੀਂ ਦੇਣੀ, ਉਹਨੂੰ ਮੋੜਤਾ। ਉਹ ਦੂਏ ਦਿਨ ਮੂਰਖ ਸਮਝਿਆ ਨਾ, ਫੇਰ ਚਲਾ ਗਿਆ। ਮੈਂ ਅੱਜ ਮੈਂ ਪੁੱਛਦਾ ਮੈਨੂੰ ਕਿਉਂ ਨਹੀਂ ਦਿੰਦੇ, ਦੂਏ ਦਿਨ ਫੇਰ ਜਾ ਲਾਈਨ 'ਚ ਲੱਗ ਗਿਆ ਜਾ ਕੇ। ਜਦੋਂ ਉਹਦੀ ਵਾਰੀ ਆਈ ਕਹਿੰਦਾ ਮੈਂ ਤੈਨੂੰ ਕੱਲ੍ਹ ਕਿਹਾ ਸੀਗਾ ਵੀ ਤੂੰ ਇੱਥੇ ਕਿਉਂ ਆਇਆ, ਵੀ ਤੈਨੂੰ ਨਹੀਂ ਦੇਣੀ ਪੂੜੀ ਇਹ। ਕਹਿੰਦਾ ਮੈਂ ਤਾਂ ਬਹੁਤ ਬਿਮਾਰ ਹਾਂ। ਉਹ ਅੰਮ੍ਰਿਤਧਾਰੀ ਕਹਿੰਦਾ ਮੈਂ ਬਹੁਤ ਢਿੱਲਾ ਵਾਂ, ਮੈਂ ਤਾਂ ਦਵਾਈ ਜ਼ਰੂਰ ਲਿਜਾਣੀ ਆ, ਤੁਹਾਡੇ ਕੋਲ ਪੂੜੀ ਲਿਜਾਣੀ ਆ, ਆਹ ਲੋਕੀ ਠੀਕ ਹੁੰਦੇ ਆ। ਕਹਿੰਦੇ ਮੂਰਖਾ, ਇਹ ਪੂੜੀ ਜੇ ਤੈਨੂੰ ਪਤਾ ਕੀ ਆ, ਇਹ ਮੈਂ ਸੀਸਗੰਜ ਦੇ ਜਦੋਂ 7-8 ਵਜਦੇ ਆ ਮੈਂ ਗੁਰਦੁਆਰੇ ਜਾਣਾ, ਮੈਂ ਕੱਪੜਾ ਲੈ ਕੇ ਜਾਣਾ, ਉੱਥੇ ਸਾਰੀ ਜੂੜਿਆਂ ਦੀ ਜਿਹੜੀ ਧੂੜ ਆ ਸਾਰੀ ਇਕੱਠੀ ਕਰ ਲਿਓ ਨਾ, ਉਹਦੀਆਂ ਰਾਤ ਨੂੰ ਪੁੜੀਆਂ ਬਣਾਉਣਾ, ਮੈਂ ਸਵੇਰੇ ਦਿੰਨਾ, ਤੇ ਤੂੰ ਉਸ ਗੁਰੂ ਦਾ ਬਣਿਆ ਹੋਇਆ ਤੇ ਤੂੰ ਮੇਰੇ ਕੋਲ ਕੀ ਲੈਣ ਆਇਆ ਬਈ। ਸੰਤ ਕੀ ਧੂੜ ਮਿਟੇ ਅਗ ਕੋਟ ਕਰੋੜਾਂ ਪਾਪ, ਐਵੇਂ ਨਹੀਂ ਧੂੜ, ਕਰੋੜਾਂ ਪਾਪ ਮਿਟਦੇ ਆ ਨਾਮ ਜਪਦੇ ਧੂੜ ਲਾਉਂਦੇ। ਸੰਤ ਪ੍ਰਸਾਦ ਮਿਲੇ ਜਨਮ ਮਰਨ ਛੋਟ, ਗੁਰੂ ਸਾਹਿਬ ਦੀ ਕਿਰਪਾ ਨਾਲ आज ਛੁਟਕਾਰਾ ਹੁੰਦਾ ਜਨਮ ਮਰਨ ਤੋਂ ਵੀ। ਐਡੀ ਧੂੜ ਦੀ ਮਹਿਮਾ ਹੈ, ਸਾਨੂੰ ਸਮਝ ਲੱਗ ਜੇ। ਹੁਣ ਸਿਰ ਉੱਚਾ ਨੀਵੇਂ ਚੜ੍ਹਨਾ, ਸਿਰ ਤਾਂ ਉੱਚਾ ਬਹੁਤ ਆ, ਨੀਵੇਂ ਚੜ੍ਹਨਾ, ਚਰਨ ਬਹੁਤ ਨੀਵੇਂ ਆ, ਸਿਰ ਪੈਰੀ ਪਾਉਂਦੇ ਆ। ਭਾਈ ਸਾਹਿਬ ਦੀ ਸੁਣੋ, ਕਹਿੰਦੇ ਸਿਰ ਨਾ ਫਿਰ ਪੈਰਾਂ ਤੇ ਕਿਉਂ ਡਿੱਗਦਾ ਬਈ। ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਪਹੁੰਚਾਉਂਦੇ ਆ। ਮੂੰਹ ਆ ਸਾਰੇ, ਮੂੰਹ ਸਿਰ ਸੁਰ ਦਾ ਸਾਰਾ ਕੁਛ ਜਿਹੜੀਆਂ ਮੈਂ ਗਿਣਤੀ ਕਰ ਦਿੱਤੀਆਂ, ਇਹਨੂੰ ਪੈਰ ਹੀ ਚੱਕੀ ਫਿਰਦੇ ਆ। ਦੇਖੋ ਇਹ ਚਰਨ ਕਮਲਾਂ ਦੀ, ਚਰਨਾਂ ਦੀ ਧੂੜ, ਪੈਰਾਂ ਦੀ ਮਹਿਮਾ ਕਿੱਡੀ ਆ। ਸਾਰੀ ਦੇਹ ਦਾ ਭਾਰ ਵੀ ਇਹਨਾਂ ਨੇ ਚੱਕਿਆ ਪੈਰਾਂ ਨੇ। ਸਭੇ ਚਿਹਨ ਛੱਡੀਆਂ ਛੱਡ ਪੂਜੀਆਂ, ਕੌਣ ਕਰਮ ਕਰਾਂਦੇ। ਭਾਈ ਸਾਹਿਬ ਕਹਿੰਦੇ ਸਾਰੇ ਚਿਹਨੇ ਛੱਡ ਦਿੱਤੇ, ਅੱਖਾਂ ਨੂੰ ਨਹੀਂ ਕੋਈ ਪੂਜਦਾ, ਸਿਰ ਨੂੰ ਨਹੀਂ ਕੋਈ ਪੂਜਦਾ, ਕਿਸੇ ਹੋਰ ਨੂੰ ਨਹੀਂ ਪੂਜਦਾ, ਦੇਹ ਦੀ ਨੂੰ, ਪੈਰਾਂ ਨੂੰ ਮੱਥਾ ਟੇਕਦੇ ਆ। ਬਾਦਸ਼ਾਹ ਨੇ ਥਾਂ ਲਿਖੀ ਜਾਂਦੇ ਆ ਨਾ, ਜੋ ਦਿਸੇ ਗੁਰਸਿੱਖੜਾ ਤੇ ਨਿਭ ਨਿਭ ਲਾਗੋ ਪਾਏ ਜੀਓ। ਪੈਰਾਂ ਨੂੰ ਆ ਦੇਖੋ, ਫੇਰ ਪੈਰਾਂ ਨੂੰ ਕਹਿਤਾ ਵੀ ਜਿਹੜਾ ਤੈਨੂੰ ਗੁਰਸਿੱਖੜਾ
ਹੰਕਾਰ ਵਾਲਾ ਗੁਰਸਿੱਖ ਨਾ ਹੋਵੇ, ਗੁਰਸਿੱਖੜਾ ਜਿਹਾ ਹੋਵੇ, ਮਾਮੂਲੀ ਜਾਵੇ, ਮੈਂ ਤਾਂ ਗੁਰੂ ਸਾਹਿਬ ਦਾ ਐਵੇਂ ਗੁਰਸਿੱਖੜਾ ਜਿਹਾ ਹੀ ਹਾਂ, ਉਹਦੇ ਕਹਿੰਦੇ ਪੈਰੀ। ਪਰੰਤੂ ਉਹਦਾ ਵੀ ਤਰੀਕਾ ਸਾਨੂੰ ਪਤਾ ਲੱਗ ਜੇ, ਅਸੀਂ ਇਹ ਨਹੀਂ ਵੀ ਉਹਦੇ ਪੈਰੀ ਡਿੱਗ ਪੈਣਾ। ਇਹ ਹੁਣ ਲਾਈਨ ਪੜ੍ਹ ਲੈਣੀ ਹੈ ਤੇ ਪੈਰੀ ਡਿੱਗਣ ਪੈਣਾ ਵੀ ਇੱਕ ਗੁਰਸਿੱਖਾਂ ਦੇ ਪੈਰੀ ਬਹੁਤ ਦੁਨੀਆ ਐਵੇਂ ਆਹ ਲਾਈਨ ਪੜ੍ਹ ਕੇ ਇੱਕ ਦੂਏ ਦੇ ਪੈਰੀ ਡਿੱਗੀ ਜਾਂਦੇ ਆ, ਨਾ ਹੀ ਪੈਰੀ। ਉਹ ਨਾ ਅਸੀਂ ਸੂਖਸ਼ਮ ਸੁਣੋ ਇੱਧਰ ਅੰਦਰੋਂ ਸੁਰਤੀ ਨਾਲ ਅਸੀਂ ਉਹਦੇ ਚਰਨ ਦੇਖ ਲੈਣੇ ਆ ਤੇ ਅੰਦਰੋਂ ਸਾਫ਼ ਕਰ ਦੇਣੇ। ਅੰਦਰ ਸੂਖਸ਼ਮ ਖੇਲ ਜਿਹਨੂੰ ਸਮਝ ਆ ਜੇ, ਉਹਨੂੰ ਸਾਰੀ ਸੂਖਸ਼ਮ ਸੁਰਤੀ ਦਾ ਖੇਲ ਲੱਗ ਜੇ ਪਤਾ, ਉਹਨੂੰ ਪਤਾ ਉਹ ਸਾਰੇ ਉਹ ਚਰਨ ਵੀ ਪੂਜ ਜਾਂਦਾ ਸਾਰਿਆਂ ਸਿੰਘਾਂ ਦੇ, ਉਹ ਚਰਨਾਂ ਤੇ ਮੱਥਾ ਵੀ ਟੇਕ ਜਾਂਦਾ। ਸੁਰਤ ਨਹੀਂ ਟੇਕਣਾ, ਰੌਲਾ ਤਾਂ ਸੁਰਤ ਦਾ ਵੀ ਇਹ ਚਰਨ ਬਈ ਮੇਰੇ ਨਾਲ ਪਵਿੱਤਰ ਨੇ, ਮੈਂ ਇਹਨੂੰ ਸਾਫ਼ ਵੀ ਕਰ ਦਿਆਂ। ਗੁਰੂ ਸਾਹਿਬ ਦੇ ਵੀ ਐਵੇਂ ਨੇ, ਗੁਰੂ ਸਾਹਿਬ ਦੇ ਵੀ ਸੂਖਸ਼ਮ ਚਰਨ ਨੇ, ਉਹ ਵੀ ਪੂਜਣੇ ਚਾਹੀਦੇ ਆ ਬੜੇ। ਨੈਣ ਪਾਮ ਮਲੋਵਾ ਸੰਗ ਨੈਣ ਭਤੀਰੀ, ਆਪਾਂ ਤੋਂ ਤਾਂ ਉਹੋ ਜਿਹਾ ਕੁਛ ਹੋ ਹੀ ਨਹੀਂ ਰਿਹਾ। ਆਹ ਕੀ ਬਾਦਸ਼ਾਹ ਕਹਿੰਦੇ, ਮੈਂ ਕਹਿੰਦੇ ਜਿਹੜਾ ਮੈਨੂੰ ਨਾ ਰਾਹ ਦੱਸਦਾ, ਮੈਂ ਉਹਦੇ ਚਰਨ ਨਾ ਆਪਦੀਆਂ ਅੱਖਾਂ ਦੀਆਂ ਨੇਤਰਾਂ ਨਾਲ ਸਾਫ਼ ਕਰਦੇ ਆ, ਭਮੀਰੀ ਨਾਲ, ਐਸ ਨਾਲ ਮੈਨੂੰ ਰਾਹ ਦੱਸਿਆ ਇਹਨੇ ਰੱਬ ਦਾ। ਇੰਨੀ ਸਤਿਕਾਰ ਭਾਵੇ ਆ, ਅਸੀਂ ਤਾਂ ਇੱਕ ਦੋ ਅੱਖਾਂ ਕੱਢਦੇ ਹਾਂ ਵੀ ਆਹ ਕੌਣ ਆ ਗਿਆ, ਆਹ ਕਿੱਥੇ ਖੜਾ ਹੈ, ਆਹ 20 ਨੁਕਸ ਸਾਡੇ ਬੰਦੇ ਨੂੰ ਦੇਖ ਕੇ ਸਾਡੇ ਅੰਦਰ ਆ ਜਾਂਦੇ। ਇਹ ਸਾਹ ਅਸੀਂ ਤਰਨਾ ਨਹੀਂ ਹੈ, ਡੁੱਬਣ ਵਾਲੇ ਸਾਧਨ ਨੇ ਸਾਰੇ ਰੱਬ ਨੇ, ਵਾਹਿਗੁਰੂ ਨੇ। ਹੌਲੀ ਹੌਲੀ ਆਹ ਸੁਰਤੀ ਚ ਆਉਣਾ ਗੱਲ ਖੇਲ। ਹੁਣ ਕਹਿੰਦੇ ਕਿਹੜਾ ਕੰਮ ਕਰਦੇ ਆ, ਹੁਣ ਆ ਜਿਹੜਾ ਸਹਿਰਾ ਹੈ ਇਹ ਤਾਂ ਹੰਕਾਰੀ ਆ। ਸੁਣੋ, ਇਹ ਅੱਖਾਂ ਤਾਂ ਪਰਾਇਆ ਧਨ ਪਰਾਇਆ ਰੂਪ ਦੇਖਦੀਆਂ, ਨੁਕਸ ਦੇਖੋ ਇਹਦੇ, ਕੰਨਾਂ ਤਾਂ ਚੁਗਲੀਆਂ ਨਿੰਦਿਆ ਕਰਦੀਆਂ ਸੁਣਦੀਆਂ ਨੇ, ਆਹ ਜੀਭ ਜਿਹੜੀ ਆ ਤਾਂ ਗੱਦਾ ਬੋਲਦੀ ਆ, ਹੱਥਾਂ ਨਾਲ ਵੀ ਕਈ ਵਾਰ ਚੋਰੀਆਂ ਚਾਰੀਆਂ ਹੋਰ ਠੱਗੀਆਂ ਠੁੱਗੀਆਂ ਕਰ ਜਾਂਦੇ ਆ। ਇਹ ਚੋਂ ਚੰਗਾ ਇਹ ਤਾਂ ਸਾਰਿਆਂ 'ਚ ਨੁਕਸ ਨੇ, ਪੈਰਾਂ 'ਚ ਨੁਕਸ ਦੱਸ ਕਿਹੜਾ। ਤਾਂ ਕਹਿੰਦੇ ਪੂਜੀ ਦੇ ਇਹ ਕਿਉਂ ਕਹਿੰਦੇ ਨਾ, ਇੱਕ ਤਾਂ ਇਹ ਸਾਧ ਸੰਗਤ ਗੁਰਛਾਨੀ ਨਿਤ ਚੱਲ ਜਾਂਦੇ ਆ, ਸਾਨੂੰ ਕੌਣ ਲਿਆਇਆ ਇੱਥੇ। ਇੱਕ ਤਾਂ ਸਾਧ ਸੰਗਤ 'ਚ, ਇੱਕ ਗੁਰੂ ਸਾਹਿਬ ਦੇ ਚਰਨਾਂ 'ਚ ਸ਼ਰਨ ਲੈਣੀ ਹੋਵੇ ਤੇ ਇਹ ਹੀ ਲਿਆਉਂਦੇ ਆ, ਤਾਂ ਸਤਿਕਾਰਯੋਗ ਨੇ। ਹੁਣ ਪੈਰਾਂ ਤੋਂ ਬਿਨਾਂ ਕਿਵੇਂ ਆ ਜਾਵਾਂਗੇ। ਤੇ ਦੂਜੀ ਗੱਲ ਕਹਿੰਦੇ ਵਤਨ ਨੂੰ ਪਰਉਪਕਾਰ ਨੂੰ ਕਰ ਪਾਰ ਬਸੰਦੇ, ਤੇ ਜੇ ਕਿਤੇ ਆਪਣੇ ਬਾਹਰ ਜ਼ੁਲਮ ਦਾ ਟਾਕਰਾ ਕਰਨਾ ਹੋਵੇ, ਬਾਹਰ ਪਰਉਪਕਾਰ ਦੀ ਖਾਤਰ ਉੱਥੇ ਵੀ ਪੈਰ ਹੀ ਕਰਦੇ। ਬੇਰੀ ਖੱਲੋ ਮੋਜੜੇ ਗੁਰਸਿੱਖ ਹਟਾਉਂਦੇ ਆ, ਦੇਖੋ ਕੀ ਕਿਹਾ, ਮੇਰੀ ਖੱਲ ਹੋ ਜੇ, ਇਹਦੇ ਨਾਲ ਗੁਰਸਿੱਖ ਜਿਹੜੇ ਇਹਨਾਂ ਦੇ ਮੈਂ ਜੁੱਤੀਆਂ ਬਣਾ ਦਿਆਂ ਤੇ ਉਹ ਹਟਾਉਣ। ਮਸਤਕ ਲੱਗੇ ਸਾਧ ਰੇਨ ਬਟਭਾਗ ਜਿਨ੍ਹਾਂ ਦੇ, ਮੈਂ ਤਾਂ ਇਹਨਾਂ ਦੇ ਚਰਨਾਂ ਦੀ ਧੂੜ ਪਾਉਂਦਾ। ਗੁਰਸਿੱਖਾਂ ਸਿਰ ਤਲਵਾਇਆ ਬਿਰਖ ਹੈ। ਦੇਖੋ ਫੇਰ ਅਦਾ ਹੋਏ ਸਹਿਸ ਸੋ ਫਲੰਦੇ। ਆ ਦਰਖਤ ਜਿਹੜਾ ਨਾ, ਇਹਦਾ ਨਾ ਸਿਰ, ਇਹਨੂੰ ਦੇਖੋ 84 ਦੇ ਵਿੱਚੋਂ ਸਜ਼ਾ ਕੀ ਮਿਲੀ ਹੋਈ ਆ, ਇਹਦੀਆਂ ਲੱਤਾਂ ਥੱਲੇ ਨੂੰ ਨੇ ਤੇ ਸਿਰ ਥੱਲੇ ਨੂੰ ਹੈ, ਲੱਤਾਂ ਤਾਂ ਨੂੰ ਨੇ। ਆ ਜਿਹੜੀਆਂ ਜੜ੍ਹਾਂ ਨੇ ਉਹ ਸਿਰ ਹੁੰਦਾ। ਦਰਖਤ ਪੁੱਠਾ ਕਰਕੇ ਜੇ ਗੁਰੂ ਸਾਹਿਬ ਦਾ ਨਾਮ ਨਾ ਜਪਿਆ, ਦੇਖ ਲਓ ਹੁਣ ਤਾਂ ਪੈਰ ਥੱਲੇ ਨੂੰ ਨੇ, ਸਿਰ ਥੱਲੇ ਕਰ ਦੇਣਾ ਉਹਨੇ ਤੇ ਲੱਤਾਂ ਤਾਂ। ਕਿੰਨੇ ਬਰੇ ਖੜਾ ਭਰੋਟੇ ਵਰਗਾ, ਕਿੰਨੀ ਉਮਰ ਖੜਨੀ ਆ, ਮੁੜ ਕੇ ਸਮਾਂ ਨਹੀਂ ਮਿਲਣਾ। ਪਰੰਤੂ ਕਹਿੰਦੇ ਨਾ ਉਹ ਨਿਮਰਤਾ ਉਹਦੇ 'ਚ, ਉਹ ਕੀ ਕਰਦੇ ਆ, ਕਹਿੰਦੇ ਹਜ਼ਾਰਾਂ ਫਲ ਸਾਨੂੰ ਦਿੰਦਾ ਹੈ, ਨਾਲੇ ਉਹਦਾ ਸਿਰ ਥੱਲੇ ਨੂੰ ਆ, ਲੱਤਾਂ ਤਾਂ ਨੂੰ ਕਰੀ ਬੈਠਾ, ਤਾਂ ਵੀ ਫਲ ਦਿੰਦਾ। ਭਾਈ ਸਾਹਿਬ ਕਹਿੰਦੇ ਤਾਂ ਵੀ ਫਲ ਦਿੰਦਾ, ਅੰਬ ਵੀ ਦਿੰਦਾ। ਆਪਾਂ ਖਾਂਦੇ ਨਹੀਂ, ਸਾਰੇ ਦਰਖਤਾਂ ਦੇ ਫਲ ਖਾਂਦੇ ਆ। ਸਿਰ ਉੱਚਾ ਨੀਵੇਂ ਨਿਰਮਲ ਨੀ ਬਖਾਣੀਏ, ਸਿਰ ਨੀਵਾਂ ਕਰ ਚੱਲ ਨਵੰਦੇ। ਮਾਰੇ ਕਹਿੰਦੇ ਨਾ ਜਿਹੜਾ ਪਾਣੀ ਆ ਨਾ, ਉਹ ਨੀਵਾਂ ਸਿਰ ਕਰਕੇ ਨੀਵੇਂ ਥਾਂ ਨੂੰ ਭਜਦਾ। ਨੀਵੇਂ ਥਾਂ ਨੂੰ ਤਾਂ ਭਜਦਾ ਤਾਂ ਜੇ ਨੀਵੇਂ ਥਾਂ ਨੂੰ ਭਜਦਾ ਉਹਦੇ 'ਚ ਨਿਮਰਤਾ, ਤਾਂ ਉਹ ਸਾਫ਼ ਹੈ, ਨਿਰਮਲ ਆਓ। ਜੇ ਤੇਰੇ 'ਚ ਵੀ ਨਿਮਰਤਾ ਹੋ ਜੂਗੀ ਤਾਂ ਤੂੰ ਵੀ ਨਿਰਮਲ ਹੋ ਜਾਏਗਾ।
तू भी मैला नहीं रहेगा, तू भी निर्मल हो जाएगा पानी वांगू। पानी ना निर्मल ही रहिंदा, चाहे कोई गंद, सारे गंद धो के फिर भी उन्होंने मैल नहीं लगती। पानी नूं ਆਪਾਂ ਨੂੰ पानी मैला लगता ना, वो पानी मैला तो चीज़ ना होया होया, पर बच्चों पानी नहीं मैला हुंदा, ते वो नीवें थां नूं जांदा, कदे उच्चे थां नूं नहीं जांदा। सिर उच्चा नीवें चरण, गुरमुख सिर पैरी पांदे। सिर उच्चा है, आ गुरु साहब के चरणों च डिगदे, गुरु साहब के चरणों च। कदे सिर दी पातशाह ने कहा भी मेरे सीस नूं मत्था टेको, चरणों नूं सारे चरण कमलों नहीं ध्याना, चरण कमलों नहीं ध्याना गुरु साहब दे। ते गुरसिखां दे चरण गुरु रब दे चरण ने, वो भी रब दे चरण ने। ਉਹਨੂੰ पूजना नहीं, वो सानू समझ लग जानी। ਅਸੀਂ गुरु नानक दे समझ के धूड़ मस्तक लाउणी है। इत्थे गल धूड़ दी है। तीजी राह चौथी, सबसे नीवी धरत है। आ सारी दुनिया का भार चक्की फिरदी है। आप सब तो नीवी है, अपना मिट्टी है। फरीदा खाक ना दिए, खाकू जेठ ना कोई। जीव दिया पैरों थले, मोया उपर हो। मिट्टी ना लेंदा, ये मिट्टी भी बहुत चंगी है। क्यों? सारी उम्र थले इन्होंने पैरों थले लतड़दा रहा। मोया भी तेरा पर्दा ढकदी है, मोया मरे तो भी पर्दा ढकदी है। जिउंदे तेरा भार सही जाती है। सब तो धरती अन धन सब संसार खवदी। सारे संसार जिहड़ा है उन्होंने अन धन पैदा करके दी। सब तो नीवी धरत है। अन धन सब संसार सुहंदा। ये नाल ही है, रोटी खाधी है तो सारा संसार खुश होता। रोटी खा के ये अन्न किहने पैदा किया? धरती दे। पर नीवी है सब तो। देखो नीवी हुंदी हुई किन्ने पदार्थ दी उदाहरण दे के। धन सो थान, धन सो धरती, धन वो थान। गुरसिख साधु पैर तरंदा। देखो की कहंदे आ, धरती धन है जिथे गुरसिख रब दा प्यारा पैर धरदा है। वो थां धन है जिथे रब दा प्यारा पैर धरदा है। एक गुरु धरदा है, एक गुरसिख धरदा ओहदा प्यारा। आ थों भी धन है जिथे आके आप बैठे हैं। असीं की करते हैं ना, दूए दिन जदों समागम खत्म हो जाता, लो चादरां मैलियां लिया इहनूं सिੱਟੋ बाथरूम। 2-3 दिन तो ये उत्ते लिटना चाहिए। मैनू एक बड़ी जुड़ी आत्मा ने कहा सी, ओए तैनू दर्शन हो जाएंगे, ओए तू ते तर जाएगा ढूड़ नूं उत्ते चादरां ले लिया कर रात नूं जिथे संगत बैठी आ। इन्ना धूड़ चा कुछ ये इन्ना कुछ है, सानू ये पता ही नहीं। तो जिथे सतगुर बहिंदे वो किंडी थां पवित्र हो, जिथे सतगुर चरणा रखते आ। ये सानू अन्नियां नूं कख नहीं पता। ते सूक्ष्म सारा खेल है। ते अंदरले आत्मा नूं फायदे हुंदे आ सारे। रब दे पुੱਤ नूं ओहनूं समझ लाउंदे आ बादशाह। जिथे साधु पैर, गुरसिख साधु पैर तरंदा। देखो इधर की है, रेन ये संत वेद कहदा। वेद जस भी जिहड़ी है वो भी इहदा जस गाउंदे आ साधु रेन दी। बागी पखाक लहंदा, बहुत बड़े भाग जगदे है तां गुरसिखां दी धूड़ मिलदी है। गुरसिखां की हर धूड़ दे हम पापी पी गत पाए। और मस्तक जिस लिखिया गुरु नानक मिलिया आए। जम कर बदे मारियन दागा ले छड़ाए। गुरसिखां नूं शाबाश है, शाबाश मिलती है। हर तुठा मेल मिलाए रब ने मिला हुंदा।
ਇਹ ਆਪਾਂ ਹੁਣ ਸਮਾਂ ਬਹੁਤ ਹੋ ਨਾ ਹੋ ਜੇ ਧੂੜ ਦੀ ਮਹਿਮਾ, ਪਰੰਤੂ ਅੱਗੇ ਸ਼ਬਦ ਪਾਤਸ਼ਾਹ ਦਾ ਥੋੜ੍ਹਾ ਜਿਹਾ ਉਹ ਹੀ ਵਿਚਾਰ ਕਰ ਲਈਏ। ਸ਼ਾਂਤ ਸੁੰਦਰ ਸੁਆਮੀ ਧਾਮ ਭਗਤਨ ਬਸਰਾਮ ਆਸਾ ਲੱਗ ਜੀਵ ਤੇ ਜੀਓ। ਗੁਰੂ ਸਾਹਿਬ ਸਾਨੂੰ ਦੇਖੋ ਅੱਗੇ ਗਾਂ ਸਮਝਾਉਂਦੇ। ਪਹਿਲੀ ਗੱਲ ਤਾਂ ਸੱਚਖੰਡ ਬੜਾ ਸੋਹਣਾ ਹੈ, ਬਹੁਤ ਸੋਹਣਾ, ਉੱਚਾ ਥਾਨ ਸੁਹਾਵਣਾ, ਉੱਪਰ ਮਹਿਲ ਬਰਾਰ, ਜਿੱਥੇ ਸਾਡਾ ਘਰ ਹੈ। ਉਹਦੀ ਬਾਤ ਕਹਿੰਦੇ ਆ। ਉਹ ਜਿਹੜੇ ਗੁਰਸਿੱਖ ਨੇ ਨਾ, ਉਹ ਮਾਲਕ ਦਾ ਜਿਹੜਾ ਘਰ ਹੈ ਉਹ ਬਹੁਤ ਸੁੰਦਰ ਹੈ, ਜਿੱਥੇ ਸਭੇ ਥਾਵ ਨਹੀਂ ਤੁਜਿਆ, ਉਹਦੀ ਲਾਈਨ ਆ ਉਤਲੇ ਦੀ। ਤੇ ਕਹਿੰਦੇ ਨਾ ਜਿਹੜੇ ਗੁਰਸਿੱਖ ਨੇ ਨਾ, ਉਹ ਆਸਾ ਲਾ ਕੇ ਵੀ ਸੱਚਖੰਡ ਜਾਣਾ ਯਾਰ, ਸੱਚਖੰਡ ਜਾਣਾ ਬੜਾ ਸੁੰਦਰ ਆ। ਉਹ ਕਹਿੰਦੇ ਉਹਦੇ ਨਾਲ ਜਿਉਂਦੇ ਰਹਿੰਦੇ ਆ। ਭਗਤਨ ਬਸਰਾਮ, ਕਿਉਂ ਜਿਹੜੇ ਭਗਤ ਨੇ ਉਹ ਉੱਥੇ ਟਿਕੇ ਹੋਏ ਨੇ, ਪਹਿਲਾਂ ਗਏ ਹੋਏ ਜਿਹੜੇ ਸਾਰੇ ਭਗਤ ਨੇ ਗਏ ਹੋਏ। ਤੇ ਇਹ ਵੀ ਨਾ ਜਿਹੜਾ ਗੁਰਸਿੱਖ ਪਿਆਰੇ ਨੇ ਉਹ ਵੀ ਆਸ ਰੱਖਦੇ ਆ ਵੀ ਸੱਚੇ ਬਾਦਸ਼ਾਹ ਸਾਨੂੰ ਵੀ ਸੱਚਖੰਡ ਲੈ ਚੱਲ। ਆਪਾਂ ਨਿੱਤ ਕਹਿੰਦੇ ਨਹੀਂ ਵੀ ਸੱਚਖੰਡ ਦੇ ਦਰਸ਼ਨ ਕਰਾਓ। ਉੱਚਾ ਥਾਨ ਸੁਹਾਵਣਾ, ਉੱਪਰ ਮਹਿਲ ਬਰਾਰ, ਸੱਚ ਕਰਨੀ ਦੇ ਪਾਈ ਹੈ, ਦਰ ਕਰ ਮਹਿਲ ਪਿਆ। ਮਹਾਰਾਜ ਕਹਿੰਦੇ ਐਂ ਉਪੜੇਗਾ। ਇੱਕ ਤਾਂ ਤੇਰੀ ਕਰਨੀ ਗੁਰਮਤਿ ਅਨੁਸਾਰ ਹੋ ਜੇ, ਸੱਚੀ ਹੋ ਜੇ, ਤੇ ਇੱਕ ਤੇਰਾ ਨਾ ਉਹ ਰੱਬ ਨਾਲ ਪਿਆਰ ਹੋ ਜੇ, ਤਾਂ ਮਹਿਲ ਜਾਣਾ। ਰੱਬ ਨਾਲ ਪ੍ਰੇਮ ਪੈ ਜੇ ਤੇਰਾ। ਗੁਰਮੁਖ ਮਨ ਸਮਝਾਈਏ ਆਤਮ ਰਾਮ ਬਰਾਰ, ਸਰਬ ਵਿਆਪਕ ਵਾਹਿਗੁਰੂ ਤੇਰੀ ਆਤਮਾ ਦੇ ਵਿੱਚ ਭਰਪੂਰ ਹੈ। ਤੇ ਉਹ ਮਨ ਨੂੰ ਸਾਰਾ ਗ੍ਰੰਥ ਸਮਝਾਇਆ ਕਰ ਵੀ ਮੇਰੇ ਕੋਲੇ ਹੀ ਵਾਹਿਗੁਰੂ ਆ, ਤੇ ਉਹਦੇ ਨਾਲ ਪਿਆਰ ਪਾ, ਤੇ ਫੇਰ ਪਿਆਰ ਪਾਏ ਤੇ ਇਹੋ ਜਿਹਾ ਥਾਂ ਲੱਭਣਾ ਹੈ। ਕਹਿੰਦੇ ਜੀਵ ਤੇ ਜੀਓ। ਫੇਰ ਕੀ ਕਰਦੇ ਆ? ਮਨ ਤਨੇ ਗੁਲਤਾਨ ਸਿਮਰਤ ਪ੍ਰਭ ਨਾਮ, ਵਾਹਿਗੁਰੂ ਦਾ ਨਾਮ ਜਪਦੇ ਆ, ਗੁਰਮੰਤਰ ਜਪਦੇ ਆ। ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਉਹਦੇ ਵਿੱਚ ਮਸਤ ਰਹਿੰਦੇ ਆ, ਵਾਹਿਗੁਰੂ ਜਪਦੇ। ਹਰ ਅੰਮ੍ਰਿਤ ਪੀਵ ਤੇ ਜੀਓ। ਇਹ ਹੁਣ ਅੰਦਰੋਂ ਅੰਮ੍ਰਿਤ ਪੀਣਾ। ਜਦੋਂ ਵਾਹਿਗੁਰੂ ਵਾਹਿਗੁਰੂ ਕਰਾਂਗੇ ਤਾਂ ਕਹਿੰਦੇ ਉਹਦੇ ਵਿੱਚੋਂ ਅੰਮ੍ਰਿਤ ਨਿਕਲਣਾ, ਉਹਦੇ ਵਿੱਚ ਉਹ ਮਸਤ ਰਹਿੰਦੇ ਆ। ਮਹਿਮਾ ਨਾਮ ਦੀ ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਜੀਵ ਤੇ। ਅੰਮ੍ਰਿਤ ਪੀਣ ਨਾਲ ਕੀ ਹੋਊਗਾ? ਸਾਡੀ ਜਿਹੜੀ ਅੰਦਰਲਾ ਸਰੀਰ ਹੈ ਉਹਨੇ ਮਰਨਾ ਨਹੀਂ, ਸਦਾ ਦਾ ਜਿਉਣਾ ਹੋ ਜਾਣਾ, ਥਿਰ ਹੋ ਜਾਣਾ ਹੈ। ਹੁਣ ਇਹ ਨਹੀਂ ਵੀ ਧੱਕੇ ਖਾਣੇ ਆਵੇ, ਮੁੜ ਕੇ ਪੱਕਾ ਹੋ ਜਾਣਾ। ਮਹਾਰਾਜ ਥਿਰ ਨੇ ਬੈਠੇ, ਅਸੀਂ ਬਾਹਰ ਫਿਰ ਦੇਖੋ ਸਾਡੀ ਹਾਲਤ ਕਿਹੋ ਜਿਹੀ ਹੈ। ਅਸੀਂ ਥਾਂ ਥਾਂ ਭਟਕਦੇ ਫਿਰਦੇ ਹਾਂ। ਉਹ ਥਿਰ ਹੋ ਜਾਣਾ ਹੈ। ਅੰਮ੍ਰਿਤ ਪੀ ਪੀ ਕੇ ਅਸੀਂ ਥਿਰ ਹੋ ਜਾਣਾ, ਰੱਬ ਦੇ ਨਾਲ ਮਿਲ ਜਾਣਾ ਹੈ। ਵਿਖੇ ਹਰ ਅੰਮ੍ਰਿਤ ਪੀਪ ਤੇ ਜੀਓ। ਇਹ ਪੀ ਜਾਣੇ ਅੰਮ੍ਰਿਤ ਪੀਪ ਤੇ, ਸਦਾ ਥਰਥੀਪ ਤੇ। ਫਿਰ ਕੀ ਹੈ? ਵਿਖੇ ਬਨ ਫੀਕਾ ਜਾਣਿਆ। ਜਦੋਂ ਅੰਮ੍ਰਿਤ ਪੀਵਾਂਗੇ ਨਾ ਤੇ ਉਦੋਂ ਆ ਸਾਨੂੰ ਵਿਸ਼ੇ ਬਕਾਰ ਉਹਨਾਂ 'ਚ ਨਹੀਂ ਫਿੱਕੇ ਲੱਗਣੇ, ਉਦੋਂ ਸਾਨੂੰ ਇਹਦੇ ਸਾਰੇ ਰਸ ਵਿਸ਼ੇ ਬਕਾਰਾਂ ਦੇ ਫਿੱਕੇ ਲੱਗਣੇ। ਸਾਨੂੰ ਵਿਸ਼ੇ ਬਕਾਰ ਜਿਹੜੇ ਨੇ ਹੁਣ ਤਾਂ ਮਿੱਠੇ ਲੱਗਦੇ ਹਨ। ਜਿੰਨਾ ਚਿਰ ਅੰਮ੍ਰਿਤ ਰਸ ਨਹੀਂ ਆਉਂਦਾ ਉਹਨਾਂ ਚਿਰ ਮਿੱਠੇ ਜ਼ਰੂਰ ਲੱਗਣੇ। ਸਾਨੂੰ ਖਿੱਚ ਇੱਧਰਲੀ ਰਹਿਣੀ ਹੈ। ਜਿਉਂ-ਜਿਉਂ ਅਸੀਂ ਗੁਰੂ ਸਾਹਿਬ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪਾਂਗੇ ਤੇ ਅੰਦਰੋਂ ਅੰਮ੍ਰਿਤ ਨਿਕਲਣਾ ਹੈ। 10ਵੇਂ ਦੁਆਰ ਵਿੱਚੋਂ ਚੋਣ ਲੱਗ ਗਿਆ। ਜਦੋਂ ਜੀਭ ਤੇ ਡਿੱਗਣ ਲੱਗਾ ਅੰਮ੍ਰਿਤ, ਉਦੋਂ ਨਾ ਸਾਰੀ ਜੀਭ ਨੇ ਵੀ ਸਵਾਦ ਕਹਿਣੇ ਆ ਫਿੱਕਿਆ, ਇਹਦਾ ਕੱਖ ਵੀ ਨਹੀਂ ਹੈ ਮੈਨੂੰ ਅੰਮ੍ਰਿਤ ਰਸ। ਉਦੋਂ ਰੋਟੀ ਖਾਂਦੇ ਵੀ ਗੁਰੂ ਸਾਹਿਬ ਦਾ ਨਾਮ ਜਪੀ ਜਾਂਦਾ ਬੰਦਾ, ਬਈ ਮੈਨੂੰ ਤਾਂ ਅੰਮ੍ਰਿਤ ਨਾਲ ਮਿਲਾ, ਇਹਦੇ ਵਿੱਚ ਤਾਂ ਕੋਈ ਸਵਾਦ ਨਹੀਂ ਹੈ। ਤੇ ਕਾਮ ਰਸ ਜਾਂ ਹੋਰ ਜਿਹੜੇ ਰਸ ਨੇ ਉਹ ਤਾਂ ਉਹਦਾ ਤਾਂ ਦਿਲੋਂ ਹੀ ਖਤਮ ਹੋ ਜਾਂਦਾ ਕੰਮ। ਉਹ ਤਾਂ ਜੜੋਂ ਹੀ ਵੱਢੇ ਜਾਂਦੇ ਆ ਵੀ ਇਹ ਤਾਂ ਜ਼ਹਿਰ ਆ। ਹੁਣੇ ਬੀਬੀ ਨੇ ਫੜਿਆ ਸੀ, ਚੋਰ ਨੇ, ਸਾਨੂੰ ਇਹ ਪਤਾ ਨਹੀਂ ਅੰਮ੍ਰਿਤ। ਉਹ ਅੰਮ੍ਰਿਤ ਨੂੰ ਖਾਂਦੇ ਆ। ਉਹ ਅੰਮ੍ਰਿਤ ਨਹੀਂ ਉਹਨਾਂ ਚਲਾ ਸਕਦਾ ਜਿੰਨਾ ਜੌ ਲੋ ਅੰਨ ਰਸ, ਬਸ ਤੌ ਲੋ ਨਹੀਂ ਪ੍ਰੇਮ ਰਸ। ਜਿੰਨਾ ਚਿਰ ਬੰਦਾ ਉਹਨਾਂ ਰਸਾਂ 'ਚ ਹੀ ਤੁਰਿਆ ਫਿਰਦਾ, ਰੱਬ ਦਾ ਰਸ ਨਹੀਂ ਲੱਭਣਾ। ਇਸ ਦੇਹੀ ਅੰਦਰ ਪੰਜ ਚੋਰ ਕੀ ਕਰ ਅੰਮ੍ਰਿਤ ਲੂਟੇ, ਅੰਮ੍ਰਿਤ ਨੂੰ ਲੁੱਟਣ ਵਾਲੇ ਆ। ਮਨਮੁਖ ਨਹੀਂ ਬੂਝੇ। ਹੁਣ ਮਨਮੁਖ ਨੂੰ ਅਸੀਂ ਵੀ ਮਨਮੁਖੀ ਰਹੇ ਸੀ, ਸਾਨੂੰ ਇਹ ਬੁਝਾਰਤ ਬੁੱਝੀ ਆ, ਅਸੀਂ ਇਹ ਬੁਝਾਰਤ ਬੁੱਝੀ ਆ। ਕੋਈ ਨਾ ਸੁਣੇ ਪੁਕਾਰਾ,
ना वो सानू ये नहीं पता लगता भी इन्हें लुटद्या असीं चोरां नूं फड़ लीए गलो। असीं तां उन्हां नूं कहने बाजा मार के लुटो सानू, साडी हालत आ पातशाह। उन्हां नूं तां असीं बाजा मार के लियाउने आ, पहिलां बैठे ने वो लुट्टी जांदे ने, उन्हां नूं तां हुण कढणा है। वाहिगुरू वाहिगुरू कह के उन्हां नूं चोरां दे डांगा मारनियां, वे भज उत्थों, तुसीं तां मेरा अमृत लुट लगे। सानू पता ही नहीं भी अमृत दी बई साडे कोल हैगे, एडी वड्डी दात मिली हुई है वाहिगुरू। ना चोरां दा पता ते ओहदा मतलब है बई बुझदे ही नहीं असीं गल, क्यों बुझारत बुझनी है तां तिन्नां गुणे तां लभणी नहीं, चौथे गुण चौथे पद च लभणी है। चौथे पद नूं असीं शूकशे नूं मनदे ही नहीं, शूकशे नूं तां अद्धी दुनिया कहंदी अगली दुनिया ही नहीं है, ते हैगी सारी अगली दुनिया, सच्ची गल सच्ची दुनिया। उदण बिखे बन जेना फिक्का जानूंगा बस, पै कृपाल गोपाल प्रभ मेरे ते कृपा कीती, साध संग ने दमानिया ते मेरा मन जेड़ा साध संग जा गया भी खजाना उत्थों ही लभना है। सर्व सो सुख सारे सुख आनंद घना प्यारे, आनंद घना आ देखो अपन सारे इहो जिहा कुछ मिल रहा। हर रतन माने अंतर सीव ते, वाहिगुरू रतन जिहड़ा शब्द है ना, इहनूं ओह अंदर मन दे विच सिउं लैंदे आ ते ओहदे नाल सुख आनंद घने सारे मिल जाने आ, सारे मिल जाने आ। एक तिल नहीं बिसरे प्राण उधारा, जप जप नानक जीव ते। देखो की पातशाह का हुक्म, एक तिल जिन्ना आपां इन्ना जपदे हां, गुरु पातशाह सिर मेहर भरिया सिर ते हत्थ, एक तिल जिन्ना भुल्लीए ना। सारा दिन वाहिगुरू वाहिगुरू जपदे जिउंदे आओ, उन्हां नूं एक तिल जिन्ना बिसरदा नहीं है। गुरु साहब जी ये मेहर तुसीं करो, असीं तां तिल जिन्ना याद नहीं करते, साडा तां उल्ट खेल होया, तुसीं इन्ना कहने हो। सच्चे पातशाह मेहर करो, सच्चे पातशाह सारी संगत आशीर्वाद दिओ, बड़ियां भुल्लां होईयां होणीਆਂ महाराज, ते एक बख्शिश सच्चे पातशाह करो, किहड़ी सब तो वड्डी बख्शिश करो सच्चे पातशाह, बई तुसीं ना सारा दिन रोम रोम श्वास श्वास वाहिगुरू वाहिगुरू जपाई जाओ, सारा दिन जपाई जाओ। ਜਿਹੜਾ ਰਹਿੰਦਾ ਜੀਵਨ है वो श्वास व्यर्था न जाए। मेहर कर दिओ सच्चे पातशाह, सारी संगत दिओ आशीर्वाद इस जीव नूं, भुल चुक दी माफ़ी। वाहिगुरू जी का खालसा वाहिगुरू।